न रकत नैन दुर्बान कह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀ ਵਾਨਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਵਿਰਾਜਮਾਨ ਹਨ। ਸੋ ਸਤਿਗੁਰੂ ਜੀ ਦੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਬਾਲ ਅਵਸਥਾ ਦੇ ਵਿੱਚ ਬੇਅੰਤ ਕੌਤਕ ਸਿੱਖ ਸੰਗਤਾਂ ਦੇਖ ਕੇ ਪ੍ਰਸੰਨ ਹੁੰਦੀਆਂ ਨੇ। ਉੱਥੇ ਹੀ ਸਤਿਗੁਰੂ ਜੀ ਦੇ ਦੀਦਾਰ ਵਾਸਤੇ ਦੂਰ ਦੁਰਾੜਿਓਂ ਸੰਗਤਾਂ ਚੱਲ ਕੇ ਆਉਂਦੀਆਂ ਨੇ। ਬਾਬਾ ਪ੍ਰਿਥੀ ਚੰਦ ਜਿਸ ਨੇ ਖਡਾਵਾ ਦੇ ਕੇ ਖਡਾਵੇ ਹੱਥ ਜ਼ਹਿਰ ਦੇ ਕੇ ਬਾਲ ਸਤਿਗੁਰਾਂ ਨੂੰ ਖਤਮ ਕਰਨ ਦਾ ਯਤਨ ਕੀਤਾ, ਪਰ ਸੋ ਸਾਰਾ ਹੀ ਪਾਜ ਉਗੜ ਕੇ ਸਾਹਮਣੇ ਆਇਆ। ਜਿਹੜਾ ਖਡਾਵਾ ਸੀ, ਕੱਲੀ ਕੱਲੀ ਗੱਲ ਉਸ ਨੇ ਬਾਬੇ ਪ੍ਰਿਥੀ ਚੰਦ ਦੇ ਮੂੰਹ ਦੇ ਉੱਤੇ ਦੱਸੀ ਹੈ। ਸੁਣ ਕੇ ਪ੍ਰਿਥੀ ਚੰਦ ਇਸ ਗੱਲ ਤੋਂ ਇਨਕਾਰੀ ਹੋਏ। ਕਹਿਣ ਲੱਗੇ ਕਿ ਤੁਸੀਂ ਆਪਣੇ ਕੋਲੋਂ ਗੱਲਾਂ ਬਣਵਾਈਆਂ ਨੇ, ਇਹਨੂੰ ਪੈਸੇ ਦੇ ਕੇ ਖਰੀਦਿਆ ਮੇਰੇ ਖਿਲਾਫ ਬੁਲਾਉਣ ਵਾਸਤੇ। ਮੇਰੀ ਭਲਾ ਤੁਹਾਡੇ ਨਾਲ ਕੀ ਦੁਸ਼ਮਣੀ ਕਿ ਮੈਂ ਤੁਹਾਡੇ ਪੁੱਤਰ ਨੂੰ ਜ਼ਹਿਰ ਦੇਵਾਂਗਾ? ਇਹ ਸਾਰਾ ਕੁਝ ਤੁਸੀਂ ਆਪਣੇ ਵੱਲੋਂ ਇਹ ਗੱਲਬਾਤ ਬਣਵਾਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬੇ ਪ੍ਰਿਥੀ ਚੰਦ ਨੂੰ ਕਿਹਾ ਕਿ ਤੁਸੀਂ ਭਰਾ ਜੀ ਘਰ ਵਿੱਚੋਂ ਵੱਡੇ ਹੋ ਤੇ ਤੁਹਾਡਾ ਅਸੀਂ ਅਦਬ ਸਤਿਕਾਰ ਰੱਖਦੇ ਹਾਂ, ਪਰ ਤੁਸੀਂ ਵੱਡੇ ਬਣਦੇ ਨਹੀਂ। ਤੁਹਾਨੂੰ ਤਾਂ ਚਾਹੀਦਾ ਹੈ ਕਿ ਸਾਰਿਆਂ ਨੂੰ ਪਿਆਰ ਦੇ ਨਾਲ ਰੱਖਣਾ, ਪਰ ਵਾਲ ਛਲ ਦੇ ਨਾਲ ਕਦੇ ਵੀ ਕੋਈ ਵਸਤੂ ਹਾਸਲ ਨਹੀਂ ਹੋ ਸਕਦੀ। ਇਹ ਸੁਣ ਕੇ ਪ੍ਰਿਥੀ ਚੰਦ ਨੇ ਆਪਣੀਆਂ ਅੱਖਾਂ ਲਾਲ ਕੀਤੀਆਂ ਤੇ ਜਿਹੜਾ ਸਾਹਮਣੇ ਬ੍ਰਾਹਮਣ ਖਡਾਵਾ ਖੜਾ ਸੀ ਕਹਿਣ ਲੱਗਾ ਕਿ ਮੈਂ ਤਾਂ ਇਹਨੂੰ ਜਾਣਦਾ ਹੀ ਨਹੀਂ ਕਿ ਇਹ ਕੌਣ ਹੈ, ਇਸ ਲਈ ਹਾਲੇ ਤੱਕ ਤਾਂ ਮੈਂ ਕੁਝ ਕੀਤਾ ਨਹੀਂ ਸੀ, ਪਰ ਹੁਣ ਜ਼ਰੂਰ ਮੈਂ ਦਿੱਲੀ ਬਾਦਸ਼ਾਹ ਦੇ ਅੱਗੇ ਫਰਿਆਦ ਕਰਾਂਗਾ। ਉੱਥੋਂ ਫੌਜਾਂ ਆਉਣਗੀਆਂ ਚੜ੍ਹ ਕੇ, ਫਿਰ ਇਹ ਜਿਹੜੀ ਗੁਰਤਾ ਹੈ ਮੈਂ ਤੁਹਾਡੇ ਪਾਸੋਂ ਲਵਾਂਗਾ। ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ 'ਤੇ ਭਰੋਸਾ ਹੈ, ਜਿਹਦੀ ਰੱਖਿਆ ਅਕਾਲ ਪੁਰਖ ਕਰੇ। ਜਿੰਨੀਆਂ ਵੀ ਫੌਜਾਂ ਚੜ੍ਹ ਕੇ ਆਉਣ ਉਹ ਵਾਲ ਵੀ ਵਿੰਗਾ ਨਹੀਂ ਕਰ ਸਕਦੀਆਂ, ਕਿਉਂਕਿ ਸਾਡੀ ਰੱਖਿਆ ਗੁਰੂ ਨਾਨਕ ਸਾਹਿਬ ਜੀ ਆਪ ਕਰਦੇ ਨੇ। ਮਹਾਰਾਜ ਜੀ ਨੇ ਇਹ ਬਚਨ ਦੁਹਰਾਏ ਨੇ ਕਿ ਭਾਵੇਂ ਪੁਰਾਤਨ ਇਤਿਹਾਸ ਦੇਖ ਲਈਏ, ਇਹ ਅਕਾਲ ਪੁਰਖ ਦਾ ਬਿਰਧ ਹੈ, ਸੁਭਾਅ ਹੈ ਕਿ ਉਹ ਆਪਣੇ ਪਿਆਰਿਆਂ ਦੀ ਆਪਣੇ ਜਨਾਂ ਦੀ ਰੱਖਿਆ ਆਪ ਕਰਦਾ ਹੈ। ਜਿਸ ਤਰ੍ਹਾਂ ਹਰਨਾਕਸ਼, ਇਹਨੂੰ ਵੀ ਬੜਾ ਮਾਣ ਸੀ, ਇੰਦਰ ਪਾਸੋਂ ਰਾਜ ਖੋਇਆ, ਰੱਬ ਦੇ ਪਿਆਰਿਆਂ ਨੂੰ ਦੁੱਖ ਦੇਣ ਲੱਗਾ ਤੇ ਬਚਨ ਬਾਣੀ ਦੇ ਅੰਦਰ ਪੜ੍ਹਦੇ ਹਾਂ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਸੇ ਤਰ੍ਹਾਂ ਰਾਵਣ, ਇਹ ਵੀ ਆਪਣੇ ਵਿੱਚ ਬਹੁਤ ਵੱਡਾ ਰਾਜਾ ਕਹਾਉਂਦਾ ਸੀ, ਪਰ ਇਸ ਰਾਵਣ ਨੂੰ ਪਰਿਵਾਰ ਦੇ ਸਮੇਤ ਖਤਮ ਕਰਕੇ ਰਾਜ ਜਿਹੜਾ ਸੀ ਉਹ ਆਪਣੇ ਸੇਵਕ ਨੂੰ ਦਿੱਤਾ। ਇਸੇ ਤਰ੍ਹਾਂ ਜਿਹੜਾ ਦੁਰਯੋਧਨ ਸੀ, ਇਹ ਕੌਰਵਾਂ ਦਾ ਬਹੁਤ ਵੱਡਾ ਰਾਜਾ ਸੀ,
ਪਾਂਡਵਾਂ ਨੂੰ ਹਰਾ ਕੇ ਕਰਨ ਨੂੰ ਮਿੱਤਰ ਬਣਾ ਕੇ ਸੋਚਦਾ ਸੀ ਸਭ ਕੁਝ ਮੇਰੇ ਹੱਥ ਆ ਗਿਆ, ਪਰ ਜਦੋਂ ਜੰਗ ਹੋਇਆ ਤੇ ਜੰਗ ਦੇ ਵਿੱਚ ਇਸ ਦੀ ਹਾਰ ਹੋਈ। ਗੁਰਦੇਵ ਕਹਿੰਦੇ ਨੇ ਤਾਂ ਵੱਡਿਆਂ ਵੱਡਿਆਂ ਦਾ ਜ਼ਿਕਰ ਕੀਤਾ ਹੈ, ਪਰ ਐਸੇ ਅਨੇਕਾਂ ਛੋਟੇ ਛੋਟੇ ਹੰਕਾਰੀ ਹੋਏ ਨੇ ਜਿਨ੍ਹਾਂ ਦਾ ਹੰਕਾਰ, ਜਿਨ੍ਹਾਂ ਦਾ ਮਾਣ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੂਰ ਕੀਤਾ ਹੈ। ਇਹ ਬਚਨ ਸਤਿਗੁਰੂ ਜੀ ਨੇ ਕਹੇ ਨੇ। ਮਹਾਰਾਜ ਕਹਿਣ ਲੱਗੇ, ਵੱਡੇ ਗਨੈ ਲਗ ਭਏ ਤਿਨ ਕੌਣ ਭਨੈ, ਦੁਜਨ ਗੁਮਾਨੀ ਹਨ ਬਾਨ ਭਗਵਾਨ ਕੀ। ਇਹ ਅਕਾਲ ਪੁਰਖ ਦਾ ਸੁਭਾਅ ਹੈ ਕਿ ਉਹ ਵੱਡੇ ਵੱਡੇ ਅਹੰਕਾਰੀ ਜਿਹੜੇ ਨੇ ਉਹਨਾਂ ਦਾ ਮਾਣ ਤੋੜ ਦਿੰਦੇ ਨੇ। ਤੂੰ ਤੋਂ ਇੱਕ ਜੰਤ ਕਹਾਂ ਬਲ ਕੋ ਗਰਭ ਧਰੈ, ਤੂੰ ਤਾਂ ਅਕਾਲ ਪੁਰਖ ਅੱਗੇ ਬਹੁਤ ਛੋਟਾ ਹੈ। ਬਾਂਕੋ ਰੋਮ ਹੋਏ ਹੈ ਨਾ ਯਤਨ ਮਹਾਨ ਕੀ। ਭਾਵੇਂ ਅਨੇਕਾਂ ਯਤਨ ਕਰ ਲੈ, ਪਰ ਜੇ ਰੱਖਿਆ ਅਕਾਲ ਪੁਰਖ ਵਾਹਿਗੁਰੂ ਕਰੇ, ਫਿਰ ਤੂੰ ਇੱਕ ਵਾਲ ਵੀ ਵਿੰਗਾ ਸਾਡਾ ਨਹੀਂ ਕਰ ਸਕਦਾ। ਇਹ ਗੱਲ ਬਾਬੇ ਪ੍ਰਿਥੀ ਚੰਦ ਨੂੰ ਸਤਿਗੁਰਾਂ ਨੇ ਸਮਝਾਈ ਹੈ। ਪਰ ਜਿਸ ਤਰ੍ਹਾਂ ਬਾਬਾ ਪ੍ਰਿਥੀ ਚੰਦ ਗੁੱਸੇ ਵਿੱਚ ਆ ਕੇ ਕਈ ਤਰ੍ਹਾਂ ਦੇ ਬੋਲ ਇੱਥੇ ਬੋਲਣਗੇ, ਬਾਅਦ ਵਿੱਚ ਬਾਬਾ ਮਹਾਦੇਵ ਇਹਨਾਂ ਨੂੰ ਸਮਝਾਉਣਗੇ, ਉਹਨਾਂ ਨਾਲ ਵੀ ਝਗੜਾ ਕਰਨਗੇ ਤੇ ਫਿਰ ਦਿੱਲੀ ਜਹਾਂਗੀਰ ਦੇ ਕੋਲ ਆਪਣੀ ਫਰਿਆਦ ਲੈ ਕੇ ਜਾਣਗੇ। ਇਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਅੰਮ੍ਰਿਤਮਈ ਕਥਾ ਹੈ, ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਕਤ ਨੈਣ ਦੁਰਬਨ ਕਹਿ ਭੈ ਨਾ ਹਮੈ ਛਲ ਐਨ। ਜਿਹੜਾ ਛਲ ਦਾ ਘਰ ਸੀ ਬਾਬਾ ਪ੍ਰਿਥੀ ਚੰਦ, ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਨੇ ਆਪਣੀ ਅੱਖਾਂ ਲਾਲ ਕਰ ਲਈਆਂ। ਦੁਰਬੈਨ ਕਹਿ ਤੇ ਬੜੇ ਜਿਹੜੇ ਕਠੋਰ ਬਚਨ ਸੀ ਉਹ ਸਤਿਗੁਰਾਂ ਨੂੰ ਕਹਿਣ ਲੱਗਾ। ਪਾਏ ਹੈ ਨਾ ਕੁਛ ਲਾਭ ਕੋ ਰੈਨ ਸੈਨ ਕਰ ਚੈਨ। ਜਦੋਂ ਇਸ ਨੇ ਅੱਖਾਂ ਲਾਲ ਕੀਤੀਆਂ, ਖੋਟੇ ਬਚਨ ਕਹੇ, ਤੇ ਉਸ ਵੇਲੇ ਭੈ ਨਾ ਹਮੈ ਛਲ ਐਨ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਇਹਦੇ ਵੱਲ ਦੇਖ ਕੇ ਕਹਿੰਦੇ ਨੇ, ਐ ਕਪਟ ਦੇ ਘਰ ਅੱਖਾਂ ਲਾਲ ਕਰਕੇ ਸਾਨੂੰ ਡਰਾਉਣਾ ਹੈ, ਪਰ ਸਾਨੂੰ ਅਕਾਲ ਪੁਰਖ ਤੇ ਭਰੋਸਾ ਹੈ, ਤੇਰਾ ਡਰ ਨਹੀਂ। ਪਾਏ ਹੈ ਨਾ ਕੁਛ ਲਾਭ ਕੋ, ਇਹ ਮਾੜੇ ਕੰਮ ਕੀਤਿਆਂ, ਛਲ ਕਪਟ ਕੀਤਿਆਂ, ਧੋਖਾ ਕੀਤਿਆਂ ਤੈਨੂੰ ਕੋਈ ਲਾਭ ਹੋਣ ਵਾਲਾ ਨਹੀਂ। ਰਹਿਣ ਸਹਿਣ ਕਰ ਚੈਨ, ਇਸ ਲਈ ਚਾਹੀਦਾ ਤੇ ਇਹੋ ਹੈ ਤੈਨੂੰ ਕਿ ਆਪਣੇ ਅੰਦਰੋਂ ਈਰਖਾ ਨੂੰ ਦੂਰ ਕਰੇ, ਕ੍ਰੋਧ ਨੂੰ ਦੂਰ ਕਰੇ ਤੇ ਆਰਾਮ ਦੇ ਨਾਲ ਸੁੱਖ ਦੀ ਨੀਂਦ ਸੌਵੇਂ। ਕਬਿਤ ਸੁਨ ਜਰ ਗਇਓ ਦੁਖ ਥੀਓ ਤਪਤਿਓ ਔਰ। ਜਦੋਂ ਬਾਬੇ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਹ ਗੱਲ ਸੁਣੀ ਹੈ, ਸੁਣ ਕੇ ਇਹਦਾ ਅੰਦਰ ਜਿਹੜਾ ਸੀ ਉਹ ਸੜ ਬਲ ਗਿਆ, ਬਹੁਤ ਦੁਖੀ ਹੋਇਆ, ਦੁੱਖ ਦੇ ਨਾਲ ਇਹਦਾ ਅੰਦਰ ਤਪਿਆ ਹੈ। ਪ੍ਰਿਥੀਆ ਕਹਿਤ ਪਇਓ ਆਖੇ ਕਰ ਲਾਲ ਕੋ। ਗੁੱਸੇ ਵਿੱਚ ਆਪਣੀ ਅੱਖਾਂ ਲਾਲ ਕਰ ਲਈਆਂ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿਣ ਲੱਗਾ। ਪ੍ਰਿਥੀਆ ਕਹਾਵੋ ਤਬ ਪੱਤਰ ਕ ਸਮੇਤ ਜਬ। ਕਹਿਣ ਲੱਗਾ ਪ੍ਰਿਥੀਆ ਕਹਾਵੋ ਤਬ ਪੁੱਤਰ ਕੇ ਸਮੇਤ ਜਬ। ਕਹਿਣ ਲੱਗਾ ਕਿ ਮੈਂ ਉਦੋਂ ਪ੍ਰਿਥੀਆ ਕਹਾਵਾਂਗਾ ਜਦੋਂ ਤੁਹਾਨੂੰ ਤੁਹਾਡੇ ਪੁੱਤਰ ਦੇ ਸਮੇਤ। ਤੁਮਰੋ ਬਿਨਾਸ਼ ਕਰੋ ਸਾਲਤ ਬਿਸਾਲ ਕੋ। ਮੇਰਾ ਹਿਰਦਾ ਤੁਸੀਂ ਦੁਖਾਇਆ ਹੈ, ਤੁਹਾਨੂੰ ਤੁਹਾਡੇ ਪੁੱਤ ਦੇ ਸਮੇਤ ਮੈਂ ਖਤਮ ਕਰਾਂਗਾ, ਉਦੋਂ ਮੈਂ ਪ੍ਰਿਥੀਆ ਕਹਾਵਾਂਗਾ। ਜਿਸ ਤਰ੍ਹਾਂ ਕੋਈ ਬੰਦਾ ਗੁੱਸੇ ਵਿੱਚ ਆ ਕੇ ਤੇ ਕਿਸੇ ਦੇ ਅੱਗੇ ਇਸ ਤਰ੍ਹਾਂ ਚੈਲੰਜ ਕਰਦਾ ਹੈ ਕਿ ਜਿਸ ਤਰ੍ਹਾਂ ਮੈਂ ਸੱਚਾ ਤੇ ਮੈਂ ਜਿਹੜੀ ਗੱਲ ਕਰ ਰਿਹਾ ਕਿ ਉਹ ਮੈਂ ਆਪਣੇ ਹੱਕ ਦੀ ਕਰ ਰਿਹਾ। ਜਿਹੜਾ ਘਰ ਵਿੱਚੋਂ ਹੱਕ ਸੀ ਉਹ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਭ ਤੋਂ ਵੱਧ ਇਹਨੂੰ ਦਿੱਤਾ, ਪਰ ਗੁਰਤਾ ਗੱਦੀ ਤਾਂ ਗੁਰੂ ਰਾਮਦਾਸ ਜੀ ਨੇ ਦਿੱਤੀ ਹੈ। ਜਿਹਦੇ ਹਿੱਸੇ ਗੁਰਤਾ ਆਈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਜੋਤ ਜਿੱਥੇ ਵਿਰਾਜ ਰਹੀ ਸੀ, ਉੱਥੇ ਹੀ ਜਿਹੜੀਆਂ ਸਿੱਖ ਸੰਗਤਾਂ ਦਾ ਝੁਕਾਅ ਸੀ, ਕਿਉਂਕਿ ਪੂਰੇ ਗੁਰੂ ਦੇ ਦਰਸ਼ਨ ਕੀਤਿਆਂ ਹੀ ਤਾਂ ਮਨ ਨੂੰ ਸਕੂਨ ਮਿਲਦਾ ਹੈ। ਪੂਰੇ ਗੁਰੂ ਦੇ ਬੋਲ ਸੁਣਿਆ ਅੰਦਰ ਠੰਡ ਪੈਂਦੀ ਹੈ। ਇਸ ਲਈ ਉਹ ਸਕੂਨ, ਉਹ ਠੰਡ, ਉਹ ਆਨੰਦ ਬਾਬੇ ਪ੍ਰਿਥੀ ਚੰਦ ਦੀਆਂ ਗੱਲਾਂ ਵਿੱਚ ਨਹੀਂ ਸੀ। ਇਸ ਲਈ ਜਿਹੜੀ ਦਾਤ ਜੋਤ ਖਸਮੈ ਵਡਿਆਈ,
ਜਿਹੜੀ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਰਾਮਦਾਸ ਜੀ ਨੇ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਦਰ ਟਿਕਾਈ, ਉਹਨੂੰ ਕਿਸ ਤਰ੍ਹਾਂ ਖੋ ਸਕਦੇ ਸਨ। ਕਹਿਣ ਲੱਗਾ, ਮੈਂ ਉਦੋਂ ਪ੍ਰਿਥੀ ਚੰਦ ਕਹਾਵਾਂਗਾ ਜਦੋਂ ਤੁਹਾਨੂੰ ਤੁਹਾਡੇ ਪੁੱਤ ਦੇ ਸਮੇਤ ਖਤਮ ਕਰਾਂਗਾ। ਜਾਏ ਦਿੱਲੀ ਪੁਰ ਮੈਂ ਪੁਕਾਰੋ ਜਹਾਂਗੀਰ ਆਗੈ। ਮੈਂ ਦਿੱਲੀ ਜਾਵਾਂਗਾ ਤੇ ਜਹਾਂਗੀਰ ਦੇ ਅੱਗੇ ਜਾ ਕੇ ਪੁਕਾਰ ਕਰਾਂਗਾ। ਸਗਰੀ ਅਨੀਤ ਕੋ ਸੁਨਾਵੋ ਤੋਹੇ ਹਾਲ ਕੋ। ਤੁਹਾਡਾ ਹਾਲ ਜਿਹੜਾ ਹੈ, ਜਿਹੜਾ ਤੁਸੀਂ ਮੇਰੇ ਨਾਲ ਅਨੀਤ ਅਯੋਗ ਕੰਮ ਕੀਤਾ ਹੈ ਨਾ, ਉਹ ਮੈਂ ਜਾ ਕੇ ਦਿੱਲੀ ਦੇ ਬਾਦਸ਼ਾਹ ਦੇ ਅੱਗੇ ਫਰਿਆਦ ਕਰਾਂਗਾ। ਉਦੋਂ ਪ੍ਰਿਥੀ ਚੰਦ ਗਏ। ਫਿਰ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਸਮੇਂ ਜਿਹੜੇ ਪਹਾੜੀ ਰਾਜੇ ਸਨ, ਜਿਨ੍ਹਾਂ ਦੀ ਗੁਲਾਮੀ ਦੀ ਜੰਜੀਰਾਂ ਕੱਟਣ ਵਾਸਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਇਹਨਾਂ ਨੂੰ ਸ਼ਸਤਰ ਚੁੱਕਣ ਵਾਸਤੇ ਕਿਹਾ ਸੀ, ਪਰ ਉਲਟਾ ਜਿਨ੍ਹਾਂ ਦੀ ਖਾਤਰ, ਤਿਲਕ ਜੰਜੂ ਦੀ ਖਾਤਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਤੱਕ ਕੁਰਬਾਨ ਕਰਾਇਆ, ਉਹੀ ਜਿਹੜੇ ਪਹਾੜੀ ਰਾਜੇ ਸਨ, ਉਹ ਫਿਰ ਦੁਸ਼ਮਣ ਬਣ ਕੇ ਤੇ ਦਿੱਲੀ ਦੇ ਬਾਦਸ਼ਾਹ ਦੇ ਅੱਗੇ ਫਰਿਆਦ ਕਰਨ ਵਾਸਤੇ ਗਏ। ਇਹ ਅੱਜ ਤੋਂ ਨਹੀਂ, ਉਦੋਂ ਤੋਂ ਹੀ ਐਸੇ ਹੰਕਾਰੀ ਲੋਕ ਦਿੱਲੀ ਦੇ ਤਖਤਾਂ ਵੱਲ ਆਪਣਾ ਝੁਕਾਅ ਰੱਖਦੇ ਰਹੇ। ਪੂਰੇ ਸਤਿਗੁਰਾਂ ਦਾ ਦਰ ਛੱਡ ਕੇ ਤੇ ਜਿਹੜੇ ਝੂਠੇ ਰਾਜਿਆਂ ਦੇ ਤਖਤ ਸਨ, ਜਿਨ੍ਹਾਂ ਨੂੰ ਬਾਣੀ ਵਿੱਚ ਸਤਿਗੁਰਾਂ ਨੇ ਕਿਹਾ ਹੈ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਜ। ਪਰ ਉਹ ਵੱਡੇ ਵੱਡੇ ਤਖਤ ਜਿਨ੍ਹਾਂ ਨੇ ਗੁਰੂ ਕੇ ਤਖਤ ਦੇ ਨਾਲ ਮੱਥਾ ਲਾਉਣ ਦਾ ਯਤਨ ਕੀਤਾ, ਅਖੀਰ ਉਹਨਾਂ ਦਾ ਅੰਤ ਹੀ ਹੋਇਆ। ਉਹ ਜਿਹੜੇ ਆਪਣੇ ਆਪ ਵਿੱਚ ਬੜੇ ਵੱਡੇ ਰਾਜੇ ਕਹਾਉਂਦੇ ਸਨ, ਅੱਜ ਉਹਨਾਂ ਦੀ ਕਬਰ ਦੇ ਉੱਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ, ਇਤਿਹਾਸ ਗਵਾਹ ਹੈ। ਫਿਰ ਕਿਸ ਗੱਲ ਦਾ ਮਾਣ ਇਹ ਤਖਤਾਂ ਦੇ ਉੱਤੇ ਬੈਠਣ ਵਾਲੇ ਰਾਜੇ ਕਰਦੇ ਨੇ। ਇਹ ਰਾਜ ਭਾਗ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦੇਣ ਹੈ। ਜੇ ਅਕਾਲ ਪੁਰਖ ਨੇ ਇੰਨਾ ਮਾਣ ਬਖਸ਼ਿਆ ਹੋਵੇ, ਫਿਰ ਉਹਦੀ ਭੈ ਭਾਵਨੀ ਦੇ ਵਿੱਚ ਰਹਿ ਕੇ ਤੇ ਫਿਰ ਇਮਾਨਦਾਰੀ ਦੇ ਨਾਲ ਧਰਮੀਆਂ ਵਾਲਾ ਕੋਈ ਰਾਜ ਕਮਾਵੇ ਤਾਂ ਫਿਰ ਉਸ ਦਾ ਰਾਜ ਫਲੀਭੂਤ ਹੁੰਦਾ ਹੈ, ਉਹਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੁੰਦਾ ਹੈ। ਰਹੋ ਵਿਚਾਰ। ਬਾਬੇ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਬੋਲ ਕਹੇ ਨੇ, ਜਾਏ ਦਿੱਲੀ ਪੁਰ ਮੈਂ ਪੁਕਾਰੋ ਜਹਾਂਗੀਰ ਆਗੈ। ਮੈਂ ਦਿੱਲੀ ਜਾਵਾਂਗਾ, ਦਿੱਲੀ ਦੇ ਬਾਦਸ਼ਾਹ ਜਹਾਂਗੀਰ ਦੇ ਅੱਗੇ ਪੁਕਾਰ ਕਰਾਂਗਾ ਕਿ ਮੇਰੇ ਨਾਲ ਬਹੁਤ ਗਲਤ ਹੋਇਆ ਹੈ, ਮੈਂ ਆਪਣਾ ਸਾਰਾ ਹਾਲ ਬਾਦਸ਼ਾਹ ਦੇ ਅੱਗੇ ਰੱਖਾਂਗਾ। ਸਗਰੀ ਅਨੀਤ ਕੋ ਸੁਨਾਵੋ ਤੋਹੇ ਹਾਲ ਕੋ। ਸਾਰੀ ਜਿਹੜੀ ਅਨੀਤੀ ਮੇਰੇ ਨਾਲ ਹੋਈ ਹੈ, ਇਹ ਮੈਂ ਸਾਰੀ ਜਾ ਕੇ ਬਾਦਸ਼ਾਹ ਨੂੰ ਸੁਣਾਵਾਂਗਾ। ਮੈਂ ਤੋ ਠਾਨ ਟਾਲ ਕੋ ਨਾ ਆਨਿਓ ਇਤ ਖਿਆਲ ਕੋ। ਕਹਿੰਦਾ ਮੈਂ ਤਾਂ ਹਲੇ ਤੱਕ ਇਧਰ ਖਿਆਲ ਹੀ ਨਹੀਂ ਸੀ ਕੀਤਾ, ਮੈਂ ਤਾਂ ਟਾਲ ਮਟੋਲ ਹੀ ਕਰਦਾ ਰਹੇ। ਪਰ ਝੂਠ ਬੋਲ ਰਹੇ ਨੇ। ਜੇ ਖਿਆਲ ਨਹੀਂ ਸੀ ਕੀਤਾ ਤੇ ਫਿਰ ਸਭ ਤੋਂ ਪਹਿਲਾਂ ਦਾਈ ਨੂੰ ਜ਼ਹਿਰ ਦੇ ਕੇ ਭੇਜਣਾ, ਸ਼੍ਰੀ ਹਰਗੋਬਿੰਦ ਸਾਹਿਬ ਨੂੰ ਦੁੱਧ ਪਿਆਵੇ ਤੇ ਉਸ ਜ਼ਹਿਰ ਦੇ ਨਾਲ ਉਹ ਖਤਮ ਹੋ ਜਾਣ। ਪਹਿਲਾ ਜਿਹੜਾ ਯਤਨ ਸੀ ਬਾਬੇ ਪ੍ਰਿਥੀ ਚੰਦ ਨੇ ਉਹ ਕੀਤਾ। ਫਿਰ ਸਪੇਰੇ ਹੱਥ ਸੱਪ ਛਡਾਉਣਾ, ਇਹ ਤੀਜਾ ਯਤਨ ਸੀ ਕਿ ਇਸ ਦੁਸ਼ਟ ਖਡਾਵੇ ਹੱਥ ਜ਼ਹਿਰ ਦੇ ਕੇ ਭੇਜਣਾ। ਪਰ ਹੁਣ ਤਾਂ ਸਾਰੀ ਗੱਲ ਸਾਹਮਣੇ ਆ ਚੁੱਕੀ ਹੈ ਨਾ, ਤੇ ਤਾਂ ਕਰਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਹਿੰਦਾ ਏ ਕਿ ਹਾਲੇ ਤੱਕ ਤਾਂ ਮੈਂ ਧਿਆਨ ਹੀ ਨਹੀਂ ਸੀ ਦਿੱਤਾ, ਮੈਂ ਤਾਂ ਟਾਲ ਮਟੋਲ ਹੀ ਕਰਦਾ ਰਿਹਾ, ਇਸ ਕਰਕੇ ਹੁਣ ਮੇਰਾ ਧਿਆਨ ਇੱਧਰ ਆਇਆ ਹੈ। ਕਰੋ ਸੋ ਅਬ ਘਾਲ ਕੋ ਤੁਰਕ ਪੱਠੋਂ ਜਾਲ ਕੋ। ਮੈਂ ਹੁਣ ਮਿਹਨਤ ਕਰਾਂਗਾ ਤੇ ਬਹੁਤੇ ਜਿਹੜੇ ਤੁਰਕ ਨੇ ਉਹ ਦਿੱਲੀ ਤੋਂ ਤੁਹਾਡੇ ਤਰਫ ਭੇਜਾਂਗਾ। ਜੇ ਜਿਹੜੀ ਮਿਹਨਤ ਕਰਨ ਵਾਸਤੇ ਮਨੁੱਖ ਆਇਆ, ਜੇ ਉਹ ਮਿਹਨਤ ਕਰੇ ਤੇ ਲੋਕ ਵਿੱਚ ਪਰਲੋਕ ਵਿੱਚ ਇਹਦਾ ਮੂੰਹ ਸੁਫਲਾ, ਉਹਦਾ ਇਸ ਸੰਸਾਰ ਵਿੱਚ ਆਇਆ ਸਫਲਾ ਹੁੰਦਾ ਹੈ। ਪਰ ਕਹਿਣ ਲੱਗਾ ਕਿ ਮਾੜੇ ਕੰਮ ਕਰਨ ਵਾਸਤੇ ਮੈਂ ਮਿਹਨਤ ਕਰਾਂਗਾ, ਯਤਨ ਕਰਾਂਗਾ, ਦਿੱਲੀ ਦੇ ਬਾਦਸ਼ਾਹ ਦੇ ਅੱਗੇ ਫਰਿਆਦ ਕਰਕੇ ਉੱਥੋਂ ਜਿਹੜੀਆਂ ਫੌਜਾਂ ਨੇ ਇੱਧਰ ਨੂੰ ਭੇਜਾਂਗਾ। ਭਾਰ ਜਾਤ ਨੂਜ ਕੇ ਸਮੇਤ ਤਿਸੀ ਥਾਨ ਬੈਠ। ਫਿਰ ਤੁਹਾਨੂੰ ਤੁਹਾਡੀ ਇਸਤਰੀ ਪੁੱਤਰ ਦੇ ਸਮੇਤ ਉੱਥੇ ਬੈਠਾ ਹੀ ਮੰਗਵਾਵਾਂਗਾ। ਪਕਰ ਮਗਾਉ ਖੇਦ ਸਾਥ ਤਤਕਾਲ ਕੋ। ਬਹੁਤਾ ਤੁਹਾਨੂੰ ਦੁੱਖ ਦੇਣਗੇ, ਤੁਹਾਨੂੰ ਇੱਥੋਂ ਫੌਜਾਂ ਫੜ ਕੇ ਦਿੱਲੀ ਲੈ ਕੇ ਆਉਣਗੀਆਂ ਤੇ ਮੈਂ ਉੱਥੇ ਬੈਠਾ ਹੀ ਮੰਗਵਾ ਲਾਂਗਾ। ਮਨ ਵਿੱਚ ਸੋਚਿਆ ਤੇ ਇਸ ਨੇ ਇਹੋ ਹੀ ਸੀ ਕਿ ਮੈਂ ਜਾ ਕੇ ਬਾਦਸ਼ਾਹ ਦੇ ਕੋਲ ਫਰਿਆਦ ਕਰਦਾ, ਉੱਥੇ ਜਾ ਕੇ ਬਾਦਸ਼ਾਹ ਦੇ ਅੱਗੇ ਸਾਰੀ ਗੱਲ ਰੱਖਾਂਗਾ। ਜਿਹੜੇ ਬਾਦਸ਼ਾਹ ਦੇ ਮੰਤਰੀ ਨੇ ਉਹਨਾਂ ਨੂੰ ਪੈਸੇ ਖਵਾਵਾਂਗਾ। ਜਿਸ ਤਰ੍ਹਾਂ ਬੰਦਾ ਇਸ ਸੰਸਾਰ ਵਿੱਚ ਸਮਾਜ ਦੇ ਵਿੱਚ ਪੈਸੇ ਦੇ ਉੱਤੇ ਮਾਣ ਕਰਦਾ ਹੈ, ਸੋਚਦਾ ਹੈ ਕਿ ਪੈਸੇ ਨਾਲ ਸਾਰਿਆਂ ਨੂੰ ਖਰੀਦਿਆ ਜਾ ਸਕਦਾ ਹੈ,
ਪਰ ਜਿਹੜੀ ਰੱਬੀ ਦਾਤ ਹੋਵੇ ਉਹਨੂੰ ਕੋਈ ਪੈਸਿਆਂ ਦੇ ਨਾਲ, ਬਲ ਦੇ ਨਾਲ ਨਹੀਂ ਕਿਸੇ ਤੋਂ ਲੈ ਸਕਦਾ। ਕਹਿੰਦਾ ਹੈ ਕਿ ਮੈਂ ਦਿੱਲੀ ਜਾਣਾ, ਉੱਥੇ ਬੈਠਾ ਹੀ ਤੁਹਾਡੀ ਘਰਵਾਲੀ, ਤੁਹਾਡੇ ਪੁੱਤਰ ਸਮੇਤ ਤੁਹਾਨੂੰ ਉੱਥੇ ਮੰਗਾਵਾਂਗਾ। ਦੁਖਤ ਪੁਕਾਰੈ ਜਬ ਛੂਟ ਬੋ ਨ ਇੱਕ ਮਮ। ਤੇ ਉਸ ਵੇਲੇ ਬਹੁਤੇ ਦੁਖੀ ਹੋਵੋਗੇ। ਦੁਖਤ ਪੁਕਾਰੈ ਜਬ ਛੂਟ ਬੋ ਨਾ ਹੋਏ ਕਿਮ। ਜਦੋਂ ਉੱਥੇ ਫੜੇ ਜਾਵੋਗੇ ਨਾ, ਕਿਸੇ ਤਰ੍ਹਾਂ ਵੀ ਕਿਸੇ ਯਤਨ ਦੇ ਨਾਲ ਛੁੱਟ ਨਹੀਂ ਸਕੋਗੇ, ਫਿਰ ਬਹੁਤੇ ਦੁਖੀ ਹੋ ਕੇ ਪੁਕਾਰਾਂ ਕਰੋਗੇ। ਤਬ ਫਲ ਪਹਿ ਮੇਰੀ ਆਂਖ ਭਈ ਲਾਲ ਕੋ। ਹਾਂ, ਹੁਣ ਕਹਿੰਦੇ ਹੋ ਨਾ ਕਿ ਮੈਂ ਅੱਖਾਂ ਲਾਲ ਕਰਕੇ ਤੁਹਾਨੂੰ ਐਵੇਂ ਹੀ ਡਰਾ ਰਿਹਾ, ਪਰ ਤੁਹਾਨੂੰ ਉਦੋਂ ਪਤਾ ਲੱਗੇਗਾ ਕਿ ਮੇਰੀਆਂ ਅੱਖਾਂ ਲਾਲ ਕਿਉਂ ਮੈਂ ਕੀਤੀਆਂ ਨੇ। ਤੇ ਮੇਰੀਆਂ ਅੱਖਾਂ ਲਾਲ ਜਿਹੜੀਆਂ ਨੇ ਉਹਦਾ ਮੁੱਲ ਉਦੋਂ ਪਵੇਗਾ ਜਦੋਂ ਜਾ ਕੇ ਤੁਹਾਡੇ ਪਰਿਵਾਰ ਸਮੇਤ ਤੁਹਾਨੂੰ ਦੁੱਖ ਦੇ ਸਹਿਤ ਫੜਾਵਾਂਗਾ। ਗੁਰਤਾ ਨ ਸ਼ੋਰੋਂ ਫੇਰ ਲੈਹੋਂ ਕਰ ਜੋਰ ਮਹਾ। ਗੁਰਤਾ ਗੱਦੀ ਮੈਂ ਛੱਡਾਂਗਾ ਨਹੀਂ, ਆਪਣੇ ਜ਼ੋਰ ਦੇ ਨਾਲ ਮੈਂ ਗੁਰਤਾ ਤੁਹਾਡੇ ਕੋਲੋਂ ਲਵਾਂਗਾ। ਸੁਖ ਸੋ ਸਭ ਪਤ ਸਿੰਘ ਸ਼ੇਰੇ ਉਕੈ ਕਰਾਲ ਕੋ। ਕਹਿੰਦਾ ਇੱਕ ਸੁਖ ਦੇ ਸਹਿਤ ਮੈਂ ਸੁੱਤਾ ਸੀ, ਪਰ ਤੁਸੀਂ ਵਕਰਾਲ ਸ਼ੇਰ ਨੂੰ ਛੇੜ ਬੈਠੇ ਹੋ। ਜੈਸੇ ਹਾਥ ਨਾਲ ਕੋ ਪਕੜ ਲੇ ਵਿਸਾਲ ਕੋ। ਜਿਸ ਤਰ੍ਹਾਂ ਕੋਈ ਵੱਡੇ ਸੱਪ ਨੂੰ ਆਪਣੇ ਹੱਥ ਵਿੱਚ ਫੜ ਲਵੇ। ਨਾ ਜਾਣੈ ਵਿਧੀ ਬਿਖੀ ਬਿਆਲ ਕੋ, ਸੋ ਐਸੇ ਜਾਣ ਹਾਲ ਕੋ। ਪਰ ਉਹ ਬੰਦੇ ਨੂੰ ਪਤਾ ਨਾ ਹੋਵੇ ਕਿ ਮੈਂ ਸੱਪ ਨੂੰ ਆਪਣੇ ਹੱਥ 'ਚ ਫੜ ਲਿਆ ਏ, ਤੇ ਇਸ ਤਰ੍ਹਾਂ ਦਾ ਤੁਹਾਡਾ ਹਾਲ ਹੋਇਆ। ਮੈਂ ਤਾਂ ਬੜੇ ਸੁੱਖ ਦੇ ਨਾਲ ਸੁੱਤਾ ਸੀ, ਪਰ ਝੂਠ ਹੈ ਸਾਰਾ। ਸੁੱਖ ਦੇ ਨਾਲ ਆਪ ਨਹੀਂ ਸੀ ਸੁੱਤਾ, ਸਗੋਂ ਈਰਖਾ ਦੇ ਵਸ ਹੋ ਕੇ ਜਿਹੜੀ ਛਾਤੀ ਸੀ ਉਹ ਇਹਦੀ ਸੜ ਰਹੀ ਸੀ। ਪਰ ਕਹਿੰਦਾ ਕਿ ਤੁਸੀਂ ਸੁੱਤੇ ਪਏ ਸ਼ੇਰ ਨੂੰ ਜਗਾ ਬੈਠੇ ਹੋ। ਤੁਹਾਡੀ ਹਾਲਤ ਹੁਣ ਇਸ ਤਰ੍ਹਾਂ ਦੀ ਹੋਈ ਹੈ ਕਿ ਜਿਸ ਤਰ੍ਹਾਂ ਕਿਸੇ ਬੰਦੇ ਨੇ ਆਪਣੇ ਹੱਥ ਵਿੱਚ ਸੱਪ ਨੂੰ ਫੜ ਲਿਆ ਹੋਵੇ, ਪਰ ਉਸ ਨੂੰ ਇਸ ਗੱਲ ਦਾ ਖਿਆਲ ਨਾ ਹੋਵੇ ਕਿ ਮੈਂ ਭਿਆਨਕ ਸੱਪ ਨੂੰ ਆਪਣੇ ਹੱਥ ਵਿੱਚ ਫੜਿਆ ਹੈ। ਸ੍ਰੀ ਗੁਰੂ ਬਖਾਨੀ ਜਗਦੀਸ਼ ਜਿਮ ਠਾਨੀ ਬਿਦ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਨੇ ਸਦਾ ਹੀ ਅਕਾਲ ਪੁਰਖ ਦੇ ਚਰਨਾਂ ਦੀ ਟੇਕ ਲਈ ਭਰੋਸਾ ਲਿਆ। ਇਹਦੀਆਂ ਗੱਲਾਂ ਸੁਣ ਕੇ ਨਾ, ਇਹਨੇ ਤਾਂ ਹੰਕਾਰ ਵਿੱਚ ਇਹ ਬੋਲ ਕਹੇ ਨੇ, ਹੰਕਾਰ ਸਿਰ ਚੜ੍ਹ ਕੇ ਬੋਲਿਆ, ਪਰ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਕਿ ਅਸੀਂ ਤਾਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਟੇਕ ਲਈ ਹੈ। ਸੋਈ ਹਮ ਮਾਨੀ ਸੁਖ ਖਾਨੀ ਮਨ ਜਾਣ ਕੈ। ਅਸੀਂ ਤਾਂ ਬਸ ਆਪਣੇ ਮਨ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਹੀ ਸੁੱਖਾਂ ਦੀ ਖਾਣ ਮੰਨਦੇ ਹਾਂ। ਸ੍ਰੀ ਹਰਿ ਗੋਬਿੰਦ ਇਨ ਪੌਤਰ ਹੈ ਬਲੰਦ ਬਲੀ। ਪਰ ਇੱਕ ਗੱਲ ਯਾਦ ਰੱਖੀ, ਸ੍ਰੀ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ ਮਹਾਨ ਪੋਤਰੇ ਹੋਣਗੇ। ਪੰਥ ਕੋ ਪ੍ਰਕਾਸ਼ੈ ਗੋ ਵਿਸਾਲ ਤੇਜ ਸਾਨ ਕੈ। ਉਹ ਨਵੇਂ ਪੰਥ ਦਾ ਪ੍ਰਕਾਸ਼ ਕਰਨਗੇ, ਜਿਸ ਪੰਥ ਦਾ ਤੇਜ ਪ੍ਰਕਾਸ਼ ਬਹੁਤ ਜ਼ਿਆਦਾ ਹੋਵੇਗਾ। ਸਿੱਖਨ ਕੋ ਸਿੱਖ ਤੇਰੋ ਬੰਸ ਬਨ ਜੈ ਮਿਲ। ਅੱਗੇ ਤੇਰੀ ਜਿਹੜੀ ਬੰਸ ਹੈ ਉਹ ਸਿੱਖਾਂ ਦੇ ਵੀ ਸਿੱਖ ਬਣਨਗੇ। ਪਾਏ ਆਸਹੀਨਤਾ ਜੋ ਭਾਖੈ ਤੂੰ ਮਹਾਨ ਕੈ। ਜਿਹੜੀਆਂ ਤੂੰ ਵੱਡੀਆਂ ਵੱਡੀਆਂ ਗੱਲਾਂ ਸੁਣਾ ਰਿਹਾ ਹੈ ਨਾ, ਇਹਦੇ ਨਾਲ ਤੇਰੀ ਹੀਨਤਾ ਹੀ ਹੋਵੇਗੀ। ਤੂੰ ਸੋਚਦਾ ਹੈ ਕਿ ਮੈਂ ਇਸ ਤਰ੍ਹਾਂ ਜ਼ੋਰ ਨਾਲ, ਧੱਕੇ ਨਾਲ ਇਹ ਗੁਰਤਾ ਲਵਾਂਗਾ, ਪਰ ਗੁਰਦੇਵ ਕਹਿੰਦੇ ਨੇ ਜਿਨ੍ਹਾਂ ਨੂੰ ਤੂੰ ਖਤਮ ਕਰਾਉਣ ਦਾ ਯਤਨ ਕਰ ਰਿਹਾ ਸ਼੍ਰੀ ਹਰਗੋਬਿੰਦ ਸਾਹਿਬ ਨੂੰ, ਉਹਨਾਂ ਦੇ ਪੋਤਰੇ ਮਹਾਬਲੀ ਸਤਿਗੁਰੂ ਹੋਣਗੇ। ਫਿਰ ਉਹਨਾਂ ਦਾ ਤੇਜ ਪ੍ਰਤਾਪ ਇੰਨਾ ਵਧੇਗਾ, ਪੰਥ ਪ੍ਰਕਾਸ਼ ਕਰਨਗੇ। ਅੱਗੇ ਫਿਰ ਤੇਰੀ ਬੰਸ ਉਹਨਾਂ ਦੇ ਸਿੱਖਾਂ ਦੇ ਵੀ ਸਿੱਖ ਹੋ ਕੇ ਰਹਿਣਗੇ। ਭਾਵੇਂ ਜਿਨ੍ਹਾਂ ਸਿੱਖਾਂ ਦਾ ਸੰਸਾਰ ਵਿੱਚ ਮਾਣ ਹੋ ਰਿਹਾ ਹੈ ਨਾ, ਉਹਦੇ ਤੋਂ ਘੱਟ ਤੇਰੀ ਬੰਸ ਦਾ ਮਾਣ ਰਹੇਗਾ। ਅੱਗੇ ਤੇਰੀ ਜਿਹੜੀ ਸੰਤਾਨ ਚੱਲੇਗੀ ਉਹਦੇ ਤੋਂ ਘੱਟ ਮਾਣ ਹੋਵੇਗਾ। ਪਰ ਇਹ ਗੱਲ ਸੱਚੀ, ਜਿੰਨਾ ਮਾਣ ਗੁਰੂ ਕੇ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਮਿਲਿਆ, ਇੰਨਾ ਮਾਣ ਈਰਖਾ ਕਰਨ ਵਾਲਿਆਂ ਨੂੰ ਆਪਣੇ ਯਤਨ ਕਰਕੇ ਜਿਨ੍ਹਾਂ ਨੇ ਇਸ ਪੰਥ ਤੋਂ ਦੂਰੀ ਬਣਾਈ, ਉਹਨਾਂ ਦਾ ਇੰਨਾ ਮਾਣ ਅਦਬ ਸਤਿਕਾਰ ਜਿਹੜਾ ਸੀ ਉਹ ਨਹੀਂ ਰਿਹਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਪ੍ਰਿਥੀ ਚੰਦ ਜਿਹੜੇ ਯਤਨ ਤੂੰ ਕੀਤੇ ਨੇ ਨਾ, ਇਹਨਾਂ ਯਤਨਾਂ ਦੇ ਨਾਲ ਤਾਂ ਤੇਰੀ ਹਾਨੀ ਹੀ ਹੋਵੇਗੀ। ਅਚਲ ਕਲੰਕ ਤੇਰੇ ਅਮਿਟ ਮੇ ਅੰਕ ਕੇ ਜਿਉ। ਵੱਡਾ ਕਲੰਕ ਤੂੰ ਆਪਣੇ ਮੱਥੇ ਤੇ ਲਵਾਇਆ। ਇਹ ਕਲੰਕ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਅਮਿਟ ਕਲੰਕ ਚੰਦਰਮਾ ਦੇ ਉੱਤੇ ਲੱਗਾ ਹੈ। ਸੁਨ ਸੁਨ ਦੁਖ ਹੈ ਤੇਰੋ ਦੋਸ਼ ਬੁਰੋ ਮਾਨ ਕੈ। ਸੁਣ ਸੁਣ ਕੇ ਸਾਰੇ ਦੁਖੀ ਹੋਣਗੇ
ਤੇਰੇ ਵਿੱਚੋਂ ਬਹੁਤ ਵੱਡਾ ਦੋਸ਼ ਕੱਢਣਗੇ। ਦੋਹਰਾ ਕਰਤ ਪਾਪ ਸੁਖ ਚਤ ਨਹੀਂ। ਬਹੁਤੇ ਪਾਪ ਕਰਦਾ ਹੈ, ਪਾਪ ਕਰਨ ਤੋਂ ਹਟਦਾ ਨਹੀਂ। ਦੁਰਮਤ ਮਤ ਸਰ ਧਾਰ। ਖੋਟੀ ਮਤ ਤੇ ਈਰਖਾ ਅੰਦਰ ਧਾਰਨ ਕੀਤੀ ਹੈ। ਬਨ ਬਨ ਦੀਨ ਸੋ ਬੇਨਤੀ। ਫਿਰ ਦੀਨ ਬਣ ਕੇ ਬੇਨਤੀਆਂ ਕਰਦੇ ਹਨ। ਭਾਖੋ ਤੁਰਕ ਅਗਾਰ। ਤੁਰਕਾਂ ਦੇ ਅੱਗੇ ਜਾ ਕੇ ਦੀਨ ਬਣ ਬਣ ਕੇ ਬੇਨਤੀਆਂ ਕਰਦਾ ਹੈ। ਖੋਟੀ ਬੁੱਧੀ ਧਾਰਨ ਕੀਤੀ, ਪਾਪ ਕਰਨ ਤੋਂ ਤੂੰ ਹਟਦਾ ਨਹੀਂ ਤੇ ਬਹੁਤ ਦੀਨ ਹੋ ਕੇ ਤੁਰਕਾਂ ਦੇ ਅੱਗੇ ਹੁਣ ਬੇਨਤੀ ਕਰੇਗਾ। ਜਿੱਥੇ ਬੇਨਤੀ ਕਰਨੀ ਬਣਦੀ ਹੈ ਉੱਥੇ ਹੀ ਕਰਨੀ ਚਾਹੀਦੀ। ਜੇ ਅਕਾਲ ਪੁਰਖ ਦੀ ਪਰਮੇਸ਼ਰ ਦੀ ਟੇਕ ਲਈਏ ਤੇ ਫਿਰ ਉਹ ਆਪ ਹੀ ਰੱਖਿਆ ਕਰਦਾ, ਸਾਰੀਆਂ ਦਾਤਾਂ ਬਖਸ਼ਦਾ ਹੈ। ਪਰ ਜਿੱਥੇ ਝੁਕਣਾ ਸੀ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆ, ਜਿੱਥੇ ਝੁਕਣਾ ਉੱਥੇ ਮੱਥਾ ਲਾ ਲਿਆ ਤੇ ਜਿਹੜਾ ਬਾਦਸ਼ਾਹੀ ਤਖਤ ਸੀ ਉਹਦੇ ਤੇ ਮਾਣ ਰੱਖਿਆ, ਉਹਦੇ ਤੇ ਭਰੋਸਾ ਰੱਖਿਆ। ਭਰੋਸਾ ਕਿਹਨਾਂ ਤੇ ਰੱਖਿਆ? ਜਿਸ ਤਖਤ ਦੇ ਉੱਤੇ ਵੱਡੇ ਵੱਡੇ ਬਾਦਸ਼ਾਹ ਸੰਸਾਰ ਦੇ ਵਿੱਚ ਬੈਠੇ ਪਰ ਉਹਨਾਂ ਦਾ ਅੱਜ ਨਾਮੋ ਨਿਸ਼ਾਨ ਹੀ ਨਹੀਂ। ਇੰਨੇ ਵੱਡੇ ਵੱਡੇ ਰਾਜੇ ਹੋਏ ਜਿਨ੍ਹਾਂ ਦਾ ਜ਼ਿਕਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਹੈ। ਸਵਈਆਂ ਦੇ ਵਿੱਚ ਆਪਾਂ ਇਹ ਬਚਨ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, कोट तुरंग कुरंग से कूदत पवन के गौन को जात निवारे, भारी पुजान के भूप भली बिद न्यावत शीस न जात बिचारे, एते भय तो कहाँ पए भूप तंत को नांगे ही पाए पधारे। इन्ने वड्डे वड्डे राजे होए पर अंत नूं वो सारे ही राजे जेड़े इस संसार तो नंगे पैर ही गए। किन्हां ते मान करना? जे मान भरोसा टेक रखनी है तो फिर एक अकाल पुरख ते रखनी चाहिए। जिस परमात्मा दा राज सदा ही है, तू सदा सलामत निरंकार। जो राजियां दा भी राजा अकाल पुरख है, सानू ते उहदे ते भरोसा है। पर महाराज कहंदे तू खोटी बुद्धि धारण कीती, पाप करदा है ते जेड़े झूठे बादशाह हन ਉਹਨਾਂ ਦੇ ਤਖਤਾਂ ਦੇ ਅੱਗੇ ਜਾ ਜਾ ਕੇ ਦੀਨ ਬਣੇਗਾ, ਝੁਕੇਗਾ। ਅਦਿਕ ਸਪਰਦਾ ਬਦ ਚਲੀ। ਕਿਉਂਕਿ ਤੇਰੇ ਅੰਦਰ ਦੀ ਜਿਹੜੀ ਈਰਖਾ ਬਹੁਤੀ ਵਧੀ ਹੈ। ਕਹਿ ਸੁਨ ਬਾਕ ਕਠੋਰ। ਇਸ ਤਰ੍ਹਾਂ ਦੇ ਇਸ ਕਰਕੇ ਤੂੰ ਜਿਹੜੇ ਕਠੋਰ ਗੱਲਾਂ ਕਰਦਾ ਹੈ। ਗਾਰ ਦੇਤ ਪ੍ਰਿਥਿਆ ਉਠਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਪ੍ਰਿਥੀ ਚੰਦ ਬੜਾ ਗੁੱਸੇ 'ਚ ਆਇਆ ਤੇ ਗੁਰੂ ਸਾਹਿਬ ਜੀ ਨੂੰ ਬਹੁਤ ਬੁਰਾ ਕਹਿੰਦਾ ਹੋਇਆ ਉੱਠਿਆ ਹੈ। ਗਮਨਿਓ ਨਿਜ ਕਰ ਔਰ। ਤੇ ਆਪਣੇ ਘਰ ਨੂੰ ਚੱਲਿਆ ਹੈ। ਨਰਕ ਪਰਨ ਕੀ ਕਰਤ ਮਤ। ਹਾਂ, ਇਹ ਜਿਹੜੀ ਮਤ ਧਾਰਨ ਕੀਤੀ ਸੀ ਇਹ ਨਰਕਾਂ ਨੂੰ ਲਿਜਾਣ ਵਾਲੀ ਸੀ। ਚਿੰਤਾ ਨਦੀ ਬਿਸਾਲ। ਪਰ ਇਹਦਾ ਅੰਦਰ ਜਿਹੜਾ ਸੀ ਚਿੰਤਾ ਦੀ ਨਦੀ ਵਿੱਚ ਡੁੱਬ ਰਿਹਾ ਸੀ। ਬਹਿਓ ਜਾਤ ਡੂਬਤ ਸਕਲ। ਹਾਂ, ਬਹਿਆ ਜਾਂਦਾ ਸੀ, ਰੁੜਦਾ ਜਾਂਦਾ ਸੀ, ਡੁੱਬ ਰਿਹਾ ਸੀ। ਕਲਮਲ ਕਲਤ ਕਰਾਲ। ਵੱਡੇ ਜਿਹੜੇ ਨੇ ਪਾਪ ਕੀਤੇ ਸੀ ਨਾ, ਇਹਨਾਂ ਪਾਪਾਂ ਕਰਕੇ ਇਹ ਚਿੰਤਾ ਦੀ ਨਦੀ ਦੇ ਵਿੱਚ ਵਹਿੰਦਾ ਜਾ ਰਿਹਾ ਸੀ, ਡੁੱਬ ਰਿਹਾ ਸੀ। ਦੋਹਰਾ ਪ੍ਰਿਥਿਆ ਗਮਨਤ ਧਾਮ ਕੋ। ਬਾਬਾ ਪ੍ਰਿਥੀ ਚੰਦ ਆਪਣੇ ਘਰ ਨੂੰ ਚੱਲ ਪਏ ਹਨ। ਹਟ ਫਿਰ ਠਾਂਡੋ ਹੋਏ। ਗੁਰੂ ਸਾਹਿਬ ਜੀ ਦੇ ਘਰੋਂ ਵਾਪਸ ਆਪਣੇ ਘਰ ਨੂੰ ਆਏ ਨੇ। ਕਹਿਣ ਲੱਗਿਓ ਕਰ ਕ੍ਰੋਧ ਕੋ। ਜਦੋਂ ਉੱਠ ਕੇ ਆਪਣੇ ਘਰ ਨੂੰ ਚੱਲੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੱਲ ਮੁੜ ਕੇ ਕਹਿੰਦੇ ਨੇ, ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ, ਧਨ ਦੇ ਤੁਝ ਸਭ ਕੋਏ। ਕਹਿਣ ਲੱਗਾ ਕਿ ਸਾਰੇ ਲੋਕ ਆ ਕੇ ਤੁਹਾਨੂੰ ਧਨ ਦਿੰਦੇ ਨੇ ਤੇ ਜਿਹੜੇ ਸਿੱਖ ਆ ਕੇ ਧਨ ਦਿੰਦੇ ਭੇਟਾਵਾਂ ਅਰਪਣ ਕਰਦੇ ਨੇ ਉਹਨਾਂ ਤਾਈਂ ਇਸ ਨੇ ਮੂਰਖ ਸ਼ਬਦ ਵਰਤਿਆ। ਕਹਿੰਦਾ ਉਹ ਲੋਕ ਤੁਹਾਨੂੰ ਧਨ ਦਿੰਦੇ ਹਨ। ਸਵਈਆ ਛੰਦ ਸੁਖ ਕੀ ਨੀਂਦ ਨਾ ਸੋਵਨ ਦੇਵੋ। ਪਰ ਇੱਕ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਸੁੱਖ ਦੀ ਨੀਂਦ ਸੌਣ ਨਹੀਂ ਦੇਵਾਂਗਾ। ਇਹ ਮਨ ਦਾ ਭੁਲੇਖਾ ਹੁੰਦਾ ਹੈ। ਐਸੀ ਈਰਖਾਲੂ ਲੋਕਾਂ ਦੇ ਅੰਦਰ ਅਸਲ ਵਿੱਚ ਚਿੰਤਾ ਦੀ ਨਦੀ ਵਿੱਚ ਡੁੱਬਦੇ ਆਪ ਨੇ ਤੇ ਸੌਂਦੇ ਆਪ ਨਹੀਂ। ਚੈਨ ਦੀ ਨੀਂਦ ਸੋਚਦੇ ਨੇ ਕਿ ਮੈਂ ਦੂਜਿਆਂ ਦੀ ਨੀਂਦ ਜਿਹੜੀ ਹੈ ਉਹ ਨਾਸ਼ ਕਰਾਂਗਾ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿਣ ਲੱਗਾ, ਇੱਕ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਸੁੱਖ ਦੀ ਨੀਂਦ ਨਹੀਂ ਸੌਣ ਦੇਵਾਂਗਾ। ਕਰ ਪ੍ਰਕਾਰ ਮੈਂ ਪਕੜ ਮਗਾਏ। ਮੈਂ ਜਾ ਕੇ ਬਾਦਸ਼ਾਹ ਦੇ ਅੱਗੇ ਫਰਿਆਦ ਕਰਾਂਗਾ, ਤੁਹਾਨੂੰ ਗ੍ਰਿਫਤਾਰ ਕਰਕੇ ਦਿੱਲੀ ਮੰਗਵਾਵਾਂਗਾ। ਸੁਤ ਬੰਤਾ ਜਤ ਖੇਦਤ ਕਰਕੇ। ਜਦੋਂ ਤੁਹਾਨੂੰ ਪੁੱਤਰ ਅਤੇ ਇਸਤਰੀ ਸਮੇਤ ਬਹੁਤੇ ਦੁੱਖ ਮਿਲਣਗੇ ਤੁਰਕਨ ਤੇ ਤੁਝ ਕੋ ਮਗਵਾਏ। ਫਿਰ ਤੁਰਕਾਂ ਪਾਸੋਂ ਤੁਹਾਨੂੰ ਮੈਂ ਮਰਵਾਏ ਖਤਮ ਕਰਾ ਦਵਾਂਗਾ। ਮੂਸ਼ਨ ਪਰ ਨਿਜ ਕਰ ਕੋ ਵੇਰਤ। ਬੜੇ ਗੁੱਸੇ ਵਿੱਚ ਆ ਕੇ, ਹੰਕਾਰ ਵਿੱਚ ਆ ਕੇ ਪ੍ਰਿਥੀ ਚੰਦ ਨੇ
ਆਪਣੀਆਂ ਮੁੱਛਾਂ ਦੇ ਉੱਤੇ ਆਪਣਾ ਹੱਥ ਫੇਰਿਆ ਹੈ। ਤਉ ਮੈਂ ਪ੍ਰਿਥਿਆ ਨਾਮ ਕਹਾਏ। ਫਿਰ ਮੈਂ ਪ੍ਰਿਥੀ ਚੰਦ ਕਹਾਵਾਂਗਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਸੋਂ ਉੱਠਿਆ, ਫਿਰ ਖਲੋ ਕੇ ਸਤਿਗੁਰਾਂ ਦੀ ਤਰਫ ਵੇਖ ਕੇ ਕਹਿੰਦਾ ਹੈ ਕਿ ਮੈਂ ਸੁੱਖ ਦੀ ਨੀਂਦ ਤੁਹਾਨੂੰ ਸੌਣ ਨਹੀਂ ਦੇਵਾਂਗਾ। ਪੁੱਤਰ ਅਤੇ ਇਸਤਰੀ ਸਮੇਤ ਤੁਹਾਨੂੰ ਦਿੱਲੀ ਮੰਗਵਾਵਾਂਗਾ। ਮੁੱਛਾਂ ਤੇ ਹੱਥ ਫੇਰ ਕੇ ਕਹਿੰਦਾ, ਫਿਰ ਮੈਂ ਪ੍ਰਿਥਿਆ ਨਾਮ ਕਹਾਏ, ਫਿਰ ਮੈਂ ਆਪਣੇ ਆਪ ਨੂੰ ਪ੍ਰਿਥੀ ਚੰਦ ਕਹਾਵਾਂਗਾ। ਮਿਲਨ ਹੋਏ ਤਬ ਹੂੰ ਤੁਮਰੈ ਸੰਗ। ਫਿਰ ਤੁਹਾਡੇ ਨਾਲ ਉੱਥੇ ਮਿਲਾਂਗਾ। ਰਾਖੋ ਯਾਦ ਬਿਸਰ ਜਿਨ ਜਾਏ। ਇਹ ਗੱਲ ਯਾਦ ਰੱਖਿਓ, ਕਿਤੇ ਭੁੱਲ ਨਾ ਜਾਇਓ। ਆਪਣੇ ਵੱਲੋਂ ਹੰਕਾਰ ਦੇ ਵਿੱਚ ਆ ਕੇ ਗੱਲ ਕਹੀ। ਸੋਚਦਾ ਤੇ ਇਹੋ ਸੀ ਕਿ ਮੈਂ ਜਾ ਕੇ ਉੱਥੇ ਫਰਿਆਦ ਕਰਾਂਗਾ, ਉੱਥੇ ਮੇਰੀ ਪੁਕਾਰ ਸੁਣੀ ਜਾਵੇਗੀ। ਪਰ ਜਦੋਂ ਬੰਦਾ ਹੰਕਾਰ ਦੇ ਵਿੱਚ ਸੋਚਦਾ ਹੈ ਕਿ ਮੈਂ ਕੰਮ ਕਰ ਸਕਦਾ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਭਾਵਦਾ ਹੋਣਾ ਤੇ ਉਹਦੇ ਹੁਕਮ 'ਚ ਹੀ ਸੀ। ਕਹਿੰਦਾ ਫਿਰ ਮੈਂ ਤੁਹਾਨੂੰ ਉੱਥੇ ਮਿਲਾਂਗਾ ਤੇ ਫਿਰ ਮੈਂ ਇਹ ਗੱਲ ਮੇਰੀ ਯਾਦ ਰੱਖਿਓ, ਭੁੱਲ ਨਾ ਜਾਇਓ। ਹਿਮ ਸੁਨ ਸਤਿਗੁਰ ਕਰਿਓ ਤੇ ਕਾਰਨ। ਇਹ ਗੱਲ ਸੁਣ ਕੇ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਵੇਲੇ ਨੂੰ ਤਰਕਾਰ ਪਾਈ ਹੈ। ਕਰਮ ਕਰਨ ਕੋ ਧਿਕ ਧਿਕ ਤੋਹੇ। ਸਤਿਗੁਰੂ ਜੀ ਕਹਿਣ ਲੱਗੇ, ਪ੍ਰਿਥੀ ਚੰਦ ਤੇਰੇ ਕਰਮਾਂ ਨੂੰ, ਤੇਰੇ ਕੰਮਾਂ ਨੂੰ ਤਰਕਾਰ ਹੈ। ਪੁਨ ਤੇਰੇ ਬਾਕਨ ਕੋ ਧਿਕ ਧਿਕ। ਫਿਰ ਤੇਰੀਆਂ ਗੱਲਾਂ ਨੂੰ ਵੀ ਤਰਕਾਰ ਹੈ। ਜਿਹੜੀਆਂ ਤੂੰ ਗੱਲਾਂ ਇੱਥੇ ਕਰ ਰਿਹਾ ਹੈ ਨਾ, ਇਹਨਾਂ ਨੂੰ ਵੀ ਤਰਕਾਰ ਹੈ। ਕਰਨ ਪੈਜ ਕੋ ਧਿਕ ਧਿਕ ਹੋਏ। ਤੇ ਜਿਨ੍ਹਾਂ ਉੱਤੇ ਤੂੰ ਭਰੋਸਾ ਰੱਖ ਕੇ ਬੈਠਾ ਉਹਨਾਂ ਨੂੰ ਵੀ ਤਰਕਾਰ ਹੈ ਤੇਰੀਆਂ ਗੱਲਾਂ ਨੂੰ, ਤਰਕਾਰ ਹੈ ਤੇਰੇ ਭਰੋਸੇ ਨੂੰ। ਜੇ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖੇ ਤੇ ਫਿਰ ਹੀ ਬੰਦੇ ਦਾ ਜਿਹੜਾ ਮਾਣ ਅਤੇ ਸਤਿਕਾਰ ਅਦਬ ਰਹਿੰਦਾ ਹੈ। ਪਰ ਗੁਰਦੇਵ ਕਹਿੰਦੇ ਜਿਨ੍ਹਾਂ ਝੂਠਿਆਂ ਦੇ ਉੱਤੇ ਤੂੰ ਭਰੋਸਾ ਰੱਖ ਕੇ ਬੈਠਾ ਹੈ, ਇਸ ਕਰਕੇ ਤੈਨੂੰ ਤਰਕਾਰ ਹੈ। ਮੁਖ ਕੋ ਧਿਕ ਧਿਕ ਮੂਸ਼ਨ ਧਿਕ ਧਿਕ। ਹਾਂ, ਤੇਰੇ ਮੂੰਹ ਨੂੰ ਵੀ ਤਰਕਾਰਾਂ, ਜਿਹੜੀਆਂ ਮੁੱਛਾਂ ਤੇ ਹੱਥ ਫੇਰ ਕੇ ਹੰਕਾਰ ਦੇ ਵਿੱਚ ਗੱਲਾਂ ਕਹਿ ਰਿਹਾ ਹੈ, ਉਹ ਮੁੱਛਾਂ ਨੂੰ ਵੀ ਤਰਕਾਰ ਹੈ। ਕੁਲ ਕੀ ਰੀਤ ਤਜੀ ਤਿਕ ਜੋਹੇ। ਤੇ ਆਪਣੀ ਕੁਲ ਦੀ ਰੀਤ ਨੂੰ ਤੂੰ ਛੱਡ ਦਿੱਤਾ, ਭੁਲਾ ਹੀ ਦਿੱਤਾ ਕਿ ਮੈਂ ਕਿਹੜੀ ਬੰਸ ਵਿੱਚੋਂ ਆ, ਕਿੱਥੋਂ ਹਾਂ। ਇਸ ਕਰਕੇ ਤੈਨੂੰ ਤਰਕਾਰ ਹੈ। ਪਰ ਹੈ ਨਰਕ ਮਹਿ ਤਾਰਹਿ ਨਹਿ ਕੋ। ਤੇ ਤੈਨੂੰ ਹੁਣ ਕੋਈ ਤਾਰਨ ਵਾਲਾ ਨਹੀਂ। ਇਹ ਕੰਮ ਕਰਕੇ ਤੂੰ ਨਰਕਾਂ ਦੇ ਵਿੱਚ ਹੀ ਜਾਵੇਂਗਾ। ਗਨ ਕਲ ਮਲ ਕਰਤਾ ਉਰ ਕਰੋਹੇ। ਬਹੁਤੇ ਪਾਪ ਜਿਹੜੇ ਤੂੰ ਕੀਤੇ ਹਨ, ਹਿਰਦੇ ਵਿੱਚ ਕ੍ਰੋਧ ਧਾਰ ਕੇ। ਗਮਨਿਓ ਪ੍ਰਿਥਿਆ ਗਾਰ ਨਿਕਾਸਤ। ਫਿਰ ਗੁਰੂ ਸਾਹਿਬ ਦੀ ਗੱਲਾਂ ਸੁਣ ਕੇ ਗਾਲਾਂ ਕੱਢਦਾ ਹੋਇਆ ਪ੍ਰਿਥੀ ਚੰਦ ਉੱਥੋਂ ਚਲਾ ਗਿਆ। ਸਦਨ ਪਰਵੇਸ਼ਿਓ ਹਿਰਦਾ ਤਪੰਤ। ਤੇ ਆਪਣੇ ਘਰ ਦੇ ਵਿੱਚ ਗਿਆ। ਹਿਰਦਾ ਬਹੁਤਾ ਇਹਦਾ ਤਪਦਾ ਸੀ, ਕਿਉਂਕਿ ਜਿਹੜਾ ਈਰਖਾਲੂ ਬੰਦਾ ਹੁੰਦਾ ਹੈ, ਬਿਨਾਂ ਗੱਲ ਤੋਂ ਕਿਸੇ ਦੇ ਨਾਲ ਵੈਰ ਵਿਰੋਧ ਰੱਖਦਾ ਹੈ, ਉਹਦਾ ਹਿਰਦਾ ਸਦਾ ਹੀ ਸੜਦਾ ਹੈ। ਇਸ ਤਰ੍ਹਾਂ ਹਿਰਦੇ ਨੂੰ ਤਪਾਉਂਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ। ਗਿਣਤੀ ਗਿਣਤ ਅਨੇਕ ਪਾਂਤ ਕੀ। ਅਨੇਕਾਂ ਤਰ੍ਹਾਂ ਦੀਆਂ ਮਨ ਵਿੱਚ ਗਿਣਤੀਆਂ ਗਿਣਦਾ ਸੀ। ਨਹਿਪੁਰ ਬਸੋਂ ਚਿਤ ਚਿਤਵੰਤ। ਹੁਣ ਮਨ ਵਿੱਚ ਸੋਚਦਾ ਸੀ ਕਿ ਇਸ ਪੁਰ ਨਗਰ ਅੰਮ੍ਰਿਤਸਰ ਦੇ ਵਿੱਚ ਮੈਂ ਰਹਾਂਗਾ ਨਹੀਂ। ਵੇਖੋ, ਚਾਹੁੰਦਾ ਸੀ ਪਹਿਲਾਂ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਨਗਰ ਚੋਂ ਕਢਾਵਾਂ। ਯਤਨ ਵੀ ਇਸ ਨੇ ਪਹਿਲਾਂ ਕੀਤਾ। ਤਾਈਓ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਣਾ, ਮਹਾਰਾਜ ਇਹ ਨਗਰ ਛੱਡ ਕੇ ਵਡਾਲੀ ਨਗਰ ਵਿੱਚ ਰਹੇ ਨੇ। ਇਹ ਪ੍ਰਸੰਗ ਆਪਾਂ ਪਿੱਛੇ ਸਰਵਣ ਕੀਤੇ ਨੇ। ਤੇ ਸਤਿਗੁਰਾਂ ਨੂੰ ਯਤਨ ਦੇ ਨਾਲ ਨਗਰ ਚੋਂ ਵੀ ਬਾਹਰ ਕਢਾਉਣ ਦਾ ਇਹਨੇ ਪੂਰਾ ਜਿਹੜਾ ਸੀ ਉਹ ਆਪਣਾ ਯੋਗਦਾਨ ਪਾਇਆ। ਪਰ ਸਤਿਗੁਰੂ ਤਾਂ ਫਿਰ ਇਸ ਨਗਰ ਵਿੱਚ ਆ ਬਿਰਾਜੇ ਨੇ। ਪਰ ਹੁਣ ਬਾਬਾ ਪ੍ਰਿਥੀ ਚੰਦ ਜੋ ਇਹਨੇ ਕਰਮ ਕੀਤਾ ਸੀ ਉਹਦਾ ਫਲ ਪਾਇਆ। ਜਦੋਂ ਇਹਦਾ ਪਾਪ ਸਾਹਮਣੇ ਆ ਗਿਆ, ਹੁਣ ਸਾਰੀਆਂ ਸੰਗਤਾਂ ਅੰਮ੍ਰਿਤਸਰ ਦੇ ਨਿਵਾਸੀ ਇਸ ਗੱਲ ਨੂੰ ਜਾਣ ਗਏ ਤੇ ਹੁਣ ਇਸ ਕਰਕੇ ਸ਼ਰਮ ਦਾ ਮਾਰਿਆ ਸੋਚਣ ਲੱਗਾ ਕਿ ਮੈਂ ਇਸ ਨਗਰ ਵਿੱਚ ਨਹੀਂ ਵਸਾਂਗਾ। ਆਏ ਸੰਗਤਾਂ ਮੁਖ ਪਰ ਮੇਰੇ। ਜਿਹੜੀਆਂ ਸੰਗਤਾਂ ਆਉਣਗੀਆਂ ਮੇਰੇ ਮੂੰਹ ਦੇ ਉੱਤੇ, ਨਿੰਦਾ ਭਾਖੇਂਗੇ ਅਤਿਅੰਤ। ਬਹੁਤ ਨਿੰਦਿਆ ਜਿਹੜੀ ਉਹ ਮੇਰੀ ਹੋਵੇਗੀ। ਮੇਰੇ ਮੂੰਹ ਦੇ ਉੱਤੇ ਸਾਰੇ ਮੇਰੀ ਨਿੰਦਿਆ ਕਰਨਗੇ। ਸਹੀ ਨਾ ਜਾਏ ਬਿਗਾਰ ਹੋਏਗੋ। ਮੇਰੇ ਕੋਲੋਂ ਨਿੰਦਿਆ ਸਹਾਰੀ ਨਹੀਂ ਜਾਣੀ ਤੇ ਫਿਰ ਵਿਗਾੜ ਹੀ ਹੋਵੇਗਾ। ਪਰ ਹੈ ਰਾਰ ਤਿਸ ਕਾਲ ਤੁਰੰਤ। ਉਸ ਸਮੇਂ ਬਹੁਤਾ ਜਿਹੜਾ ਵਿਗਾੜ ਹੈ ਉਹ ਪਵੇਗਾ। ਤਿਸ ਕੇ ਸਿੱਖ ਸੰਗਤ ਬਹੁ ਆਵਹਿ। ਇਹਨਾਂ ਦੀਆਂ ਸਿੱਖ ਸੰਗਤਾਂ ਬਹੁਤੀਆਂ ਨੇ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਨੇ। ਜਿੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਬਿਰਾਜਦੀ ਹੈ, ਉੱਥੇ ਤਾਂ ਦੂਰ ਦੁਰਾੜਿਓਂ ਸੰਗਤਾਂ, ਸਿੱਖ ਸੰਗਤਾਂ ਚੱਲ ਕੇ
ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਹਨ। ਅਨਗਨ ਧਨ ਆਨੈ ਮਨ ਮਚਾਏ, ਬੇਅੰਤ ਭੇਟਾਵਾਂ ਜਿਹੜੀਆਂ ਨੇ ਉਹ ਲਿਆ ਕੇ ਸੰਗਤਾਂ ਇਹਨਾਂ ਨੂੰ ਚੜਾਉਂਦੀਆਂ ਹਨ। ਅਲਪ ਹੋਏ ਮੁਝ ਢਿਗ ਤਬ ਹਾਰੋਂ, ਪਰ ਮੈਂ ਇਹਨਾਂ ਦੇ ਅੱਗੇ ਛੋਟਾ ਰਹਿ ਜਾਵਾਂਗਾ ਤੇ ਫਿਰ ਹਾਰ ਜਾਵਾਂਗਾ। ਘਰ ਪਰਵਿਸ਼ ਹੈ ਲੂਟਨ ਲੈ ਜਾਏ, ਤੇ ਮੇਰੇ ਘਰਾਂ ਦੇ ਵਿੱਚ ਵੜ ਕੇ ਸਿੱਖ ਮੇਰਾ ਸਾਰਾ ਕੁਝ ਹੀ ਲੁੱਟ ਕੇ ਲੈ ਜਾਣਗੇ। ਬਾਅਦ ਵਿੱਚ ਲੁੱਟਿਆ ਵੀ ਜਦ ਮਸੰਦਾਂ ਨੇ ਬਹੁਤਾ ਹੰਕਾਰ ਕੀਤਾ, ਗੁਰੂ ਕੀਆਂ ਭੇਟਾਵਾਂ ਲੈ ਕੇ ਮਾਣ ਕਰ ਬੈਠੇ। ਫਿਰ ਗੁਰੂ ਕਲਗੀਧਰ ਸਾਹਿਬ ਨੇ ਹੁਕਮ ਦਿੱਤਾ ਸੀ ਸਿੱਖਾਂ ਨੂੰ ਕਿ ਜਾਓ ਇਹਨਾਂ ਮਸੰਦਾਂ ਦੇ ਘਰੋਂ ਸਾਰੀਆਂ ਵਸਤੂਆਂ ਲੈ ਆਓ। ਪ੍ਰਿਥੀ ਚੰਦ ਵੀ ਸੋਚਦਾ ਹੈ, ਕਹਿੰਦਾ ਹੈ ਜਦੋਂ ਇਹਨਾਂ ਦੇ ਕੋਲ ਅਨੇਕਾਂ ਸੰਗਤਾਂ ਆਉਂਦੀਆਂ ਨੇ ਤੇ ਜੇ ਕਿਤੇ ਮੈਂ ਕੋਈ ਗੱਲਬਾਤ ਵਾਦ ਘਾਟ ਹੁਣ ਕੀਤੀ, ਸਿੱਖ ਸੰਗਤਾਂ ਜੋ ਕੁਝ ਮੇਰੇ ਕੋਲ ਹੈ ਉਹ ਵੀ ਮੇਰੇ ਪਾਸੋਂ ਲੈ ਜਾਣਗੀਆਂ। ਜਹਾਂ ਪ੍ਰਬਲ ਰਿਪ ਨਿਤ ਪ੍ਰਤ ਟਿਗ ਰਹੈ, ਜਿੱਥੇ ਵੱਡਾ ਵੈਰੀ ਹੋਵੇ ਉਹਦੇ ਕੋਲ ਰਹਿਣਾ, ਤਹ ਤੇ ਕੁਸ਼ਲ ਚਾਹੈ ਕਿਸ ਪਾਏ, ਉੱਥੇ ਰਹਿ ਕੇ ਬੰਦੇ ਨੂੰ ਸੁੱਖ ਨਹੀਂ ਮਿਲਦਾ। ਇਸ ਕਰਕੇ ਮੈਨੂੰ ਇੱਥੋਂ ਜਾਣਾ ਹੀ ਚੰਗਾ ਹੈ। ਸਰਪ ਸ਼ੇਰ ਕੋ ਜਥਾ ਸਮੀਪੀ, ਜਿਸ ਤਰ੍ਹਾਂ ਸੱਪ ਅਤੇ ਸ਼ੇਰ ਦੀ ਜਿਹੜੀ ਨੇੜਤਾ ਹੈ, ਇੱਕ ਦਿਨ ਮਹਿ ਕਬਹੂ ਬਿਨਸਾਏ, ਇੱਕ ਨਾ ਇੱਕ ਦਿਨ ਦੋਵਾਂ ਵਿੱਚੋਂ ਕਿਸੇ ਨੇ ਨਾਸ਼ ਹੋਣਾ ਹੀ ਹੁੰਦਾ ਹੈ। ਸੱਪ ਅਤੇ ਸ਼ੇਰ ਇੱਕ ਦੂਜੇ ਦੇ ਨੇੜੇ ਨਹੀਂ ਰਹਿ ਸਕਦੇ। ਪੁੱਤਰ ਭਾਰ ਜਾ ਸੰਗ ਲਿਚਜ ਹੋ, ਇਸ ਲਈ ਹੁਣ ਮੈਂ ਆਪਣਾ ਪੁੱਤਰ ਆਪਣੀ ਇਸਤਰੀ ਇੱਥੋਂ ਲੈ ਚੱਲਾਂਗਾ। ਦਿੱਲੀ ਪੁਰੀ ਪਹੁੰਚ ਇੱਕ ਬਾਰ, ਦਿੱਲੀ ਜਾ ਕੇ ਇੱਕ ਵਾਰ ਮੈਂ ਪਹੁੰਚ ਜਾਵਾਂ, ਉੱਥੇ ਆਪਣੇ ਪਰਿਵਾਰ ਨੂੰ ਨਾਲ ਲੈ ਜਾਵਾਂ। ਸੁਲਹੀ ਸੋ ਮਿਲ ਮਸਲਤ ਕਰਕੇ, ਫਿਰ ਸੁਲੀ ਖਾਂ ਦੇ ਨਾਲ ਮਿਲਦਾ, ਕਿਉਂਕਿ ਉਹਦੇ ਨਾਲ ਮਿੱਤਰਤਾ ਹੈ ਮੇਰੀ, ਉਹਦੇ ਨਾਲ ਮਿਲ ਕੇ ਸਲਾਹ ਕਰਾਂਗਾ। ਅਸਲ ਵਿੱਚ ਸੰਗਤ ਜੀ, ਇਹ ਸ਼ੁਰੂ ਤੋਂ ਹੀ ਦਿੱਲੀ ਜਿਹੜੀ ਸੀ ਚਾਹੁੰਦੀ ਸੀ ਗੁਰੂ ਘਰ ਦੇ ਵਿੱਚ ਪਾੜ ਪਾਉਣਾ। ਤਾਈਓ ਜਹਾਂਗੀਰ ਜਿਹੜੀ ਤੁਝ ਕੇ ਜਹਾਂਗੀਰੀ ਲਾਹੌਰ ਲਾਇਬ੍ਰੇਰੀ ਦੇ ਵਿੱਚੋਂ ਇਹਦੀ ਲਿਖੀ ਹੋਈ ਪੁਸਤਕ ਮਿਲੀ ਸੀ, ਉਹਦੇ ਵਿੱਚ ਇਹਨੇ ਜ਼ਿਕਰ ਕੀਤਾ ਸੀ ਜਦੋਂ ਇਸ ਨੇ ਅਨੇਕਾਂ ਯਤਨ ਕਰਕੇ ਆਪਣੇ ਪਿਤਾ ਦੀ ਗੱਦੀ ਸੰਭਾਲੀ ਸੀ। ਸ਼ਾਹ ਜਹਾਂਗੀਰ ਨੇ ਅਕਬਰ ਤੋਂ ਬਾਅਦ, ਤੇ ਫਿਰ ਜਹਾਂਗੀਰ ਨੇ ਉਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਮੈਂ ਬਹੁਤ ਸਮੇਂ ਤੋਂ ਇਹ ਯਤਨ ਕਰ ਰਿਹਾ ਸੀ ਕਿਸੇ ਨਾ ਕਿਸੇ ਤਰੀਕੇ ਇਹ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ, ਉਹਨੇ ਆਪਣੀ ਪੁਸਤਕ ਦੇ ਵਿੱਚ ਇਹਦਾ ਜ਼ਿਕਰ ਆਪਣੀ ਲਿਖਤ ਵਿੱਚ ਝੂਠ ਦੀ ਦੁਕਾਨ ਕੀਤਾ ਹੈ। ਕਿਉਂਕਿ ਜਿਹੜੇ ਝੂਠੇ ਆਪ ਨੇ ਉਹਨਾਂ ਨੂੰ ਫਿਰ ਸੱਚ ਵੀ ਜਿਹੜਾ ਉਹ ਝੂਠ ਲੱਗਦਾ ਹੈ। ਉਹਨੇ ਲਿਖਿਆ ਸੀ ਕਿ ਮੈਂ ਝੂਠ ਦੀ ਦੁਕਾਨ ਬੜੇ ਚਿਰ ਤੋਂ ਮੈਂ ਯਤਨ ਕਰਦਾ ਸੀ ਕਿ ਮੈਂ ਬੰਦ ਕਰ ਸਕਾਂ, ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇਸ ਲਈ ਸ਼ਹੀਦ ਕਰਵਾਇਆ। ਇਹ ਪਹਿਲਾਂ ਤੋਂ ਹੀ ਇਹਨਾਂ ਨੇ ਵਿਉਂਤਬੰਦੀ ਬਣਾਈ ਸੀ। ਘਰ ਦੇ ਵਿੱਚ ਝਗੜਾ ਹੋ ਜਾਣਾ ਇਹ ਇੱਕ ਆਮ ਗੱਲ ਹੈ, ਇਹ ਸ਼ਹਾਦਤ ਦਾ ਕਾਰਨ ਨਹੀਂ ਬਣਦਾ। ਪਰ ਹੁਣ ਇੱਥੇ ਸੁਲੀ ਖਾਂ ਜਿਹੜਾ ਸੀ, ਇਹ ਇੰਜ ਕਹਿ ਲਓ ਕਿ ਜਹਾਂਗੀਰ ਦਾ ਭੇਜਿਆ ਹੋਇਆ ਉਹ ਸੁਲੀ ਖਾਂ ਪ੍ਰਿਥੀ ਚੰਦ ਨੂੰ ਕਈ ਤਰ੍ਹਾਂ ਦੀਆਂ ਚੁੱਕਣਾ ਦੇ ਕੇ ਇਹਨੂੰ ਆਪਣੇ ਨਾਲ ਰਲਾਉਂਦਾ ਸੀ। ਸੋਚਦੇ ਸਨ ਕਿ ਗੁਰਤਾ ਜੀ ਇਹਨੂੰ ਦਵਾ ਦਈਏ ਤੇ ਇਹ ਤਾਂ ਸਾਡੇ ਵੱਲ ਝੁਕਾ ਰੱਖਦਾ ਹੈ, ਤੇ ਫਿਰ ਆਪੇ ਹੀ ਜਿਹੜਾ ਇਹ ਝੁਕਾ ਪ੍ਰਿਥੀ ਚੰਦ ਵੱਲ ਹੋਵੇਗਾ ਸਾਰੇ ਲੋਕਾਂ ਦਾ। ਪਰ ਨਹੀਂ ਸੀ ਮਨ ਵਿੱਚ ਜਾਣਦੇ ਕਿ ਜੇ ਹੀਰਾ ਹੋਵੇ ਤੇ ਉਹਨੂੰ ਭਾਵੇਂ ਜਿੰਨਾ ਮਰਜ਼ੀ ਯਤਨ ਕਰਕੇ ਕਈ ਤਰ੍ਹਾਂ ਦੇ ਵਸਤਰਾਂ ਵਿੱਚ ਛੁਪਾ ਕੇ ਰੱਖਣ ਦਾ ਯਤਨ ਕਰੀ, ਉਹਦਾ ਪ੍ਰਕਾਸ਼ ਹੀ ਦੱਸ ਦਿੰਦਾ ਹੈ ਕਿ ਅਸਲ ਹੀਰਾ ਇੱਥੇ ਹੈ। ਹੁਣ ਪ੍ਰਿਥੀ ਚੰਦ ਕਹਿੰਦਾ ਹੈ ਕਿ ਮੈਂ ਜਾਵਾਂਗਾ, ਆਪਣੇ ਮਿੱਤਰ ਸੁਲੀ ਖਾਂ ਨੂੰ ਮਿਲਾਂਗਾ। ਜਹਾਂਗੀਰ ਟਿਗ ਕਰੋ ਪੁਕਾਰ, ਫਿਰ ਜਹਾਂਗੀਰ ਦੇ ਕੋਲ ਜਾ ਕੇ ਪੁਕਾਰ ਕਰਾਂਗਾ। ਜਹ ਮੈਂ ਜਾਉ ਸਿੱਖ ਤਹ ਮੇਰੇ, ਜਿੱਥੇ ਮੈਂ ਜਾ ਰਿਹਾ ਹਾਂ ਦਿੱਲੀ, ਉੱਥੇ ਮੇਰੇ ਸਿੱਖ ਹੋਣਗੇ। ਆਨੇਗੇ ਸਭ ਹੀ ਉਰ ਉਪਹਾਰ, ਤੇ ਉਹ ਸਾਰੇ ਮੇਰੇ ਵਾਸਤੇ ਕੀਮਤੀ ਭੇਟਾਵਾਂ ਲਿਆਉਣਗੇ। ਅੱਜ ਵੀ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਅੱਗੇ ਬੰਸ ਹੈ ਉਹਨਾਂ ਦੇ ਸਿੱਖ ਮਿਲ ਜਾਂਦੇ ਨੇ। ਹੋ ਸਕਦਾ ਹੈ ਕਿ ਉਹ ਗੁਰੂ ਸਿਧਾਂਤ ਨੂੰ ਸਮਝ ਨਾ ਸਕਦੇ ਹੋਣ, ਜਾਂ ਉਹਨਾਂ ਨੂੰ ਰਹਿਤ ਮਰਿਆਦਾ ਨਾ ਸਮਝ ਵਿੱਚ ਆਉਂਦੀ ਹੋਵੇ, ਤਾਂ ਕਰਕੇ ਉਹ ਇਹਨਾਂ ਦੇ ਹਲੇ ਵੀ ਸਿੱਖ ਬਣ ਕੇ ਇਹਨਾਂ ਦੀਆਂ ਸੇਵਾਵਾਂ ਵਿੱਚ ਲੱਗੇ। ਦਾਸ ਨੇ ਕਈ ਉਹਨਾਂ ਦੇ ਪ੍ਰੇਮੀ ਉੱਥੇ ਦੇਖੇ ਸੁਣੇ ਵੀ ਹਨ। ਸੋ ਇਸ ਲਈ ਪ੍ਰਿਥੀ ਚੰਦ ਨੇ ਮਨ ਵਿੱਚ ਸੋਚਿਆ ਕਿ ਮੈਂ ਹੁਣ ਦਿੱਲੀ ਜਾਣਾ, ਉੱਥੇ ਜਾ ਕੇ ਕੁਝ ਆਪਣੇ ਸਿੱਖ ਜਿਹੜੇ ਇਕੱਠੇ ਕਰਾਂਗਾ,
ਉਹਨਾਂ ਪਾਸੋਂ ਕੀਮਤੀ ਭੇਟਾਵਾਂ ਕੀਮਤੀ ਉਪਹਾਰ ਲਵਾਂਗਾ। ਤਿਨ ਕੇ ਕਰ ਗੁਜਰਾਨ ਨਿਬਾਹੋਂ, ਉਹਨਾਂ ਦੇ ਨਾਲ ਮੈਂ ਆਪਣਾ ਗੁਜ਼ਾਰਾ ਚਲਾਵਾਂਗਾ। ਰਹੇ ਇਕੱਤਰ ਸਰਬ ਪਰਿਵਾਰ, ਤੇ ਸਾਰਾ ਜਿਹੜਾ ਪਰਿਵਾਰ ਹੈ ਉਹ ਇਕੱਠਾ ਹੀ ਦਿੱਲੀ ਰਹੇਗਾ। ਮਿਲਦਾ ਰਸੋ ਮਸਲਤ ਕੀਨਸ, ਇਸ ਤਰ੍ਹਾਂ ਇਹਨੇ ਆਪਣੀ ਘਰ ਵਾਲੀ ਜਿਹੜੀ ਕਰਮੋ ਸੀ ਉਹਨੂੰ ਮਿਲ ਕੇ ਸਲਾਹ ਕੀਤੀ ਹੈ। ਨਗਰੀ ਤਿਆਗ ਚਲਹੋਂ ਕਿਸ ਥਾਨ, ਕਹਿਣ ਲੱਗਾ ਕਿ ਅੰਮ੍ਰਿਤਸਰ ਨਗਰ ਨੂੰ ਛੱਡੋ ਤੇ ਛੱਡ ਕੇ ਆਪਾਂ ਹੋਰ ਕਿਤੇ ਚਲੀਏ, ਬੜੀ ਸਪਰਦਾ ਹਮਰੀ ਅਤਸ਼ੈ, ਕਿਉਂਕਿ ਇੱਥੇ ਜਿਹੜੀ ਈਰਖਾ ਹੈ ਉਹ ਬਹੁਤ ਵੱਧ ਚੁੱਕੀ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਾਂ ਪਹਿਲਾਂ ਵੀ ਪਤਾ ਸੀ, ਜਦੋਂ ਦਾਈ ਭੇਜੀ ਸਪੇਰਾ ਭੇਜਿਆ, ਸਤਿਗੁਰਾਂ ਨੇ ਤਾਂ ਉਦੋਂ ਕੋਈ ਈਰਖਾ ਰੱਖੀ ਨਹੀਂ। ਈਰਖਾ ਤੇ ਗੁਰਦੇਵ ਨੇ ਹੁਣ ਵੀ ਕੋਈ ਨਹੀਂ ਕੀਤੀ। ਬਸ ਪ੍ਰਿਥੀ ਚੰਦ ਨੂੰ ਕੋਲ ਬੁਲਾ ਕੇ ਸਮਝਾਇਆ ਸੀ, ਭਰਾ ਜੀ ਤੁਸੀਂ ਵੱਡੇ ਹੋ ਤੇ ਫਿਰ ਵੱਡੇ ਹੋਣ ਦਾ ਫਰਜ਼ ਵੀ ਨਿਭਾਵੋ। ਤੇ ਫਿਰ ਇਸ ਗੱਲ ਦਾ ਹੀ ਇਸ ਨੂੰ ਗੁੱਸਾ ਲੱਗਾ ਕਿ ਹੁਣ ਤਾਂ ਸਾਰਾ ਕੁਝ ਸਾਹਮਣੇ ਆ ਗਿਆ। ਪਹਿਲਾਂ ਧੋਖੇ ਨਾਲ ਛਲ ਬਲ ਦੇ ਨਾਲ ਕੁਝ ਹਾਸਲ ਨਾ ਕਰ ਸਕਿਆ, ਹੁਣ ਇਹਨੇ ਸੋਚਿਆ ਕਿ ਮੈਂ ਬਾਦਸ਼ਾਹ ਨੂੰ ਫਰਿਆਦ ਕਰਦਾ, ਉਹ ਤਖਤ ਦੇ ਅੱਗੇ ਝੁਕਾ ਰੱਖਾਂ, ਉਹ ਤਖਤ ਜਿਹੜਾ ਹੈ ਮੈਨੂੰ ਇਹ ਤਖਤ ਦਵਾ ਸਕੇਗਾ। ਪਰ ਮਨ ਵਿੱਚ ਭੁਲੇਖਾ ਸੀ, ਇਹ ਤਖਤ ਤਾਂ ਸੱਚੇ ਅਕਾਲ ਦਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾ ਪਾਤ ਸਾਹੋ, ਨਿਹਚਲ ਚੌਰ ਛਤ। ਇਹ ਤਖਤ ਦੇ ਅੱਗੇ ਤਾਂ ਤਮਾਮ ਦੁਨੀਆ ਦੇ ਤਖਤ ਝੁਕਦੇ ਹਨ। ਜੇ ਕੋਈ ਇਹ ਕਵੇ ਕਿ ਇੱਕ ਛੋਟੀ ਜੀ ਸਟੇਟ ਦਾ, ਇਲਾਕੇ ਦਾ ਤਖਤ ਇਹ ਤਖਤ ਦਾ ਮੁਕਾਬਲਾ ਕਰ ਸਕਦਾ ਹੈ, ਨਹੀਂ। ਇਤਿਹਾਸ ਗਵਾਹ ਹੈ, ਵੱਡੇ ਵੱਡੇ ਤਖਤ ਅਕਾਲ ਦੇ ਤਖਤ ਅੱਗੇ ਝੁਕੇ ਹਨ, ਝੁਕਦੇ ਹਨ, ਝੁਕਦੇ ਹੀ ਰਹਿਣਗੇ। ਸੋ ਇਸ ਵੇਲੇ ਬਾਬੇ ਪ੍ਰਿਥੀ ਚੰਦ ਨੇ ਮਨ ਵਿੱਚ ਸੋਚਿਆ, ਮੈਂ ਉੱਥੇ ਜਾਣਾ, ਉੱਥੇ ਮੇਰੀਆਂ ਸਿੱਖ ਸੰਗਤਾਂ ਹੋਣਗੀਆਂ, ਉਹਨਾਂ ਪਾਸੋਂ ਭੇਟਾਵਾਂ ਲਵਾਂਗਾ, ਉਪਹਾਰ ਲੈ ਕੇ ਆਪਣਾ ਗੁਜ਼ਾਰਾ ਚਲਾਵਾਂਗਾ। ਇਹਾਂ ਬਸਨ ਮੈਂ ਕੁਸਲ ਨ ਜਾਨ, ਤੇ ਹੁਣ ਆਪਣੀ ਘਰਵਾਲੀ ਨੂੰ ਕਰਮੋਂ ਨੂੰ ਕਹਿੰਦਾ ਕਿ ਇੱਥੇ ਰਹਿਣਾ ਹੁਣ ਸਾਡੇ ਲਈ ਠੀਕ ਨਹੀਂ ਹੈ, ਬੜੋ ਬੇਗਾਰ ਭਏ ਤੇ ਪੂਰਬ, ਕਿਉਂਕਿ ਇੱਥੇ ਪਹਿਲਾਂ ਬਹੁਤ ਵੱਡੇ ਹੁਣ ਵਿਗਾੜ ਜਿਹੜੇ ਨੇ ਉਹ ਸ਼ੁਰੂ ਹੋ ਗਏ ਹਨ। ਗਮਨ ਕਰੋ ਇਹ ਮਹਾ ਸਿਆਨ, ਤੇ ਇੱਥੋਂ ਹੁਣ ਚਲੇ ਚਲੀਏ, ਇਹੋ ਹੀ ਸਾਡੇ ਲਈ ਸਿਆਣਪ ਵਾਲੀ ਗੱਲ ਹੈ। ਤਿਆਰੀ ਕਰੋ ਬਿਨ ਲੰਬ ਨ ਠਾਨੋ, ਦੇਰੀ ਛੱਡੋ, ਹੁਣ ਬਿਨਾਂ ਦੇਰੀ ਤੋਂ ਇੱਥੋਂ ਚੱਲਣ ਦੀ ਤਿਆਰੀ ਕਰ ਲਓ, ਨਾਹੀਂ ਤਾਂ ਹੋਏ ਆਨ ਕੀ ਆਨ, ਨਹੀਂ ਤਾਂ ਸਾਡੀ ਜਿਹੜੀ ਇੱਜ਼ਤ ਹੈ, ਸਾਡੀ ਜਿਹੜੀ ਆਬਰੂ, ਸਾਡੀ ਜਿਹੜੀ ਪੱਤ ਹੈ ਉਹ ਉਤਰ ਜਾਵੇਗੀ। ਇਸ ਪ੍ਰਕਾਰ ਜਬ ਮਤੋ ਮਤਾਇਓ, ਇਸ ਤਰ੍ਹਾਂ ਬਾਬੇ ਪ੍ਰਿਥੀ ਚੰਦ ਨੇ ਆਪਣੀ ਸਲਾਹ ਜਿਹੜੀ ਹੈ ਉਹ ਆਪਣੀ ਘਰਵਾਲੀ ਕਰਮੋਂ ਨੂੰ ਦੱਸੀ ਹੈ। ਭਾਗਨ ਕੀ ਤਿਆਰੀ ਕਰ ਲੀਨ, ਹੁਣ ਉਸ ਨੇ ਇੱਥੋਂ ਚੱਲਣ ਦੀ ਤਿਆਰੀ ਕਰ ਲਈ ਹੈ। ਸਰਬਪੁਰੀ ਮੈਂ ਰੌਰਾ ਪਰ ਗਇਓ, ਪਰ ਇਸ ਗੱਲ ਦਾ ਰੌਲਾ ਜਿਹੜਾ ਸੀ ਸਾਰੀ ਪੂਰੀ ਨਗਰੀ ਅੰਮ੍ਰਿਤਸਰ ਦੇ ਵਿੱਚ ਫੈਲ ਗਿਆ। ਭਾਜ ਚੱਲਿਓ ਪ੍ਰਿਥੀਆ ਡਰ ਕੀਨ, ਕੀ ਰੌਲਾ ਪਿਆ ਹੈ ਕਿ ਪ੍ਰਿਥੀ ਚੰਦ ਹੁਣ ਡਰ ਕੇ ਇੱਥੋਂ ਭੱਜ ਚੱਲਾ ਹੈ। ਸ੍ਰੀ ਇਹ ਗੱਲ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਦੇਣ ਵਾਲੀ ਇਹ ਸਾਰੀਆਂ ਸਿੱਖ ਸੰਗਤਾਂ ਨੇ ਪਹਿਲਾਂ ਤੇ ਉਸ ਬ੍ਰਾਹਮਣ ਖਡਾਵੇ ਦੇ ਮੂੰਹ ਤੋਂ ਸੁਣੀਆਂ ਕਿ ਤੈਨੂੰ ਜ਼ਹਿਰ ਦੇਣ ਵਾਸਤੇ ਭੇਜਿਆ ਕਿਹਨੇ। ਉਹਨੇ ਸੱਚੋ ਸੱਚ ਦੱਸਿਆ ਕਿ ਮੈਨੂੰ ਪ੍ਰਿਥੀ ਚੰਦ ਨੇ ਭੇਜਿਆ। ਫਿਰ ਪ੍ਰਿਥੀ ਚੰਦ ਦੀ ਸਾਰਾ ਇਹਦਾ ਕਪਟ ਛਲ ਸਾਹਮਣੇ ਆ ਗਿਆ। ਇਹ ਵੀ ਸਿੱਖ ਸੰਗਤਾਂ ਨੂੰ ਪਤਾ ਸੀ। ਹੁਣ ਜਿਹੜੀਆਂ ਸੰਗਤਾਂ ਗੁਰੂ ਨਾਲ ਪਿਆਰ ਰੱਖਣ ਵਾਲੀਆਂ, ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੇ ਵਿੱਚ ਨਿਵਾਸ ਬਖਸ਼ਿਆ ਸੀ, ਉਹ ਤਾਂ ਗੁਰੂ ਸਾਹਿਬ ਦੇ ਨਾਲ ਪਿਆਰ ਰੱਖਦੇ ਤੇ ਗੁਰੂ ਘਰ ਦਾ ਅਦਬ ਰੱਖਦੀਆਂ ਸੀ। ਹੁਣ ਪ੍ਰਿਥੀ ਚੰਦ ਦਾ ਕਪਟ ਸਾਹਮਣੇ ਆਇਆ ਤੇ ਸਾਰੇ ਪ੍ਰਿਥੀ ਚੰਦ ਦੀ ਗੱਲਾਂ ਘਰ ਘਰ ਹੋਣ ਲੱਗੀਆਂ। ਸਾਰੇ ਕਹਿੰਦੇ ਸਨ ਕਿ ਹੁਣ ਡਰ ਕੇ ਇਹ ਨਗਰ ਛੱਡ ਕੇ ਭੱਜ ਚੱਲਾ ਹੈ। ਸ੍ਰੀ ਹਰਗੋਬਿੰਦ ਕੋ ਬਿਖ ਦੀਨਸ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਇਹਨੇ ਜ਼ਹਿਰ ਦਿੱਤਾ ਹੈ। ਉਗਰਿਓ ਕਪਟ ਲਾਜ ਪੈ ਭੀਨ, ਇਸ ਦਾ ਜਿਹੜਾ ਕਪਟ ਸੀ ਉਗਰ ਕੇ ਸਾਹਮਣੇ ਆਇਆ। ਇਹ ਬਹੁਤ ਹੁਣ ਸ਼ਰਮਸਾਰ ਹੋਇਆ ਹੈ। ਸਾਹਿਬ ਜਾਦੇ ਅਜਮਤ ਬਲ ਤੇ, ਪਰ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਕਰਾਮਾਤ ਦੇ ਬਲ ਦੇ ਨਾਲ ਆਪਨੋ ਆਪ ਬਚਾਇਓ ਚੀਨ, ਆਪਣਾ ਆਪ ਜਿਹੜਾ ਸੀ ਉਹ ਬਚਾ ਲਿਆ ਹੈ। ਮਿਲ ਮਿਲ ਨਰ ਦੁਰ ਦੁਰ ਕਰ ਬਾਤੈ, ਇਸ ਤਰ੍ਹਾਂ ਲੋਕ ਲੁਕ ਕੇ ਮਿਲ ਕੇ ਆਪਸ ਵਿੱਚ ਗੱਲਾਂ ਕਰਦੇ ਸੀ। ਮਾਰਨ ਹਿਤ ਛਲ ਬਲ ਵੱਡ ਤਾਰ, ਇਹ ਬੜਾ ਛਲੀਆ ਹੈ, ਬੜਾ ਵੱਡਾ ਇਹਨੇ ਕਪਟ ਧੋਖਾ ਕੀਤਾ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੁੱਤਰ ਨੂੰ ਇਸ ਨੇ ਮਾਰਨਾ ਚਾਹਿਆ ਹੈ। ਗੁਰਸਿਤ ਮਹਾਦੇਵ ਕਰ ਬੈਠੋ, ਉਧਰ ਸੰਗਤ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ
ਪ੍ਰਿਥੀ ਚੰਦ ਦੇ ਭਰਾ ਗੁਰੂ ਅਰਜਨ ਦੇਵ ਸਾਹਿਬ ਦੇ ਵੱਡੇ ਭਰਾ ਬਾਬਾ ਮਹਾਦੇਵ ਆਪਣੇ ਘਰ ਵਿੱਚ ਸਨ। ਸੁਨਿਓ ਸਰੋਨ ਮਹਿ ਸਭ ਦੁਰਚਾਰ। ਜਦੋਂ ਲੋਕਾਂ ਪਾਸੋਂ ਇਹ ਗੱਲਾਂ ਬਾਬੇ ਮਹਾਦੇਵ ਨੇ ਆਪਣੇ ਕੰਨਾਂ ਨਾਲ ਸੁਣੀਆਂ ਨੇ, ਕਰਮੀ ਜਿਤ ਸਿਰ ਧੁਨ ਧੁਨ ਟੋਰਤ। ਬਾਬਾ ਮਹਾਦੇਵ ਬੜੇ ਪਛਤਾਏ, ਕਿਉਂਕਿ ਨੇਕ ਸੁਭਾਅ ਸੀ ਇਹਨਾਂ ਦਾ। ਤੇ ਜਦੋਂ ਲੋਕ ਬਾਹਰੋਂ ਗੱਲਾਂ ਕਰ ਰਹੇ ਸਨ ਘਰ ਦੀਆਂ, ਜਦੋਂ ਘਰ ਦੀਆਂ ਗੱਲਾਂ ਬਾਹਰੋਂ ਕੰਨਾਂ ਵਿੱਚ ਪੈਣ ਤੇ ਫਿਰ ਪਛਤਾਵਾ ਵੀ ਹੁੰਦਾ ਹੈ ਤੇ ਦੁੱਖ ਵੀ ਹੁੰਦਾ ਹੈ। ਪਰ ਦੁੱਖ ਵੀ ਉਹਨੂੰ ਹੁੰਦਾ ਹੈ ਜਿਹੜਾ ਆਪਣੇ ਘਰ ਦੇ ਨਾਲ ਪ੍ਰੇਮ ਰੱਖਦਾ ਹੋਵੇ, ਆਪਣੇ ਘਰ ਨੂੰ ਘਰ ਸਮਝਦਾ ਹੋਵੇ, ਪਰਿਵਾਰ ਨੂੰ ਪਰਿਵਾਰ ਸਮਝੇ। ਜਿਹੜਾ ਨਾ ਸਮਝੇ ਉਹ ਤਾਂ ਫਿਰ ਦੂਜਿਆਂ ਪਾਸੇ ਗੱਲਾਂ ਰੱਖ ਕੇ ਇਹ ਕਹੇਗਾ ਕਿ ਹੁਣ ਮੇਰਾ ਕੋਈ ਹੱਲ ਕਰੋ। ਪਰ ਜਿਹੜੇ ਆਪਣੇ ਘਰ ਨੂੰ ਘਰ ਸਮਝਦੇ ਨੇ ਉਹ ਸਾਰੇ ਹੱਲ ਆਪਣੇ ਘਰ ਵਿੱਚੋਂ ਆਪ ਹੀ ਕਰ ਲੈਂਦੇ। ਇਹ ਭਰਾਵਾਂ ਦੇ ਵਿੱਚ ਪ੍ਰੇਮ, ਕਈ ਐਸੇ ਘਰ ਹਨ ਜਿਨ੍ਹਾਂ ਵਿੱਚ ਦੇਖਣ ਨੂੰ ਮਿਲਦਾ ਹੈ, ਪਰ ਉੱਥੋਂ ਪਤਾ ਲੱਗਦਾ ਹੈ ਕਿ ਧਰਮੀ ਹਨ। ਪਰ ਜਿੱਥੇ ਅਕਾਰਨ ਹੀ ਐਸੇ ਲੋਕ ਈਰਖਾ ਕਰਨ, ਕ੍ਰੋਧ ਕਰਨ, ਤੇ ਫਿਰ ਘਰਾਂ ਦੀਆਂ ਗੱਲਾਂ ਬਾਹਰੋਂ ਕੰਨਾਂ ਵਿੱਚ ਪੈਣ ਤੇ ਬਹੁਤ ਦੁੱਖ ਹੁੰਦਾ ਹੈ। ਬਾਬੇ ਮਹਾਦੇਵ ਨੇ ਜਦੋਂ ਲੋਕਾਂ ਦੇ ਮੂੰਹ ਇਹ ਗੱਲਾਂ ਸੁਣੀਆਂ ਤੇ ਸੁਣ ਕੇ ਬਾਬਾ ਮਹਾਦੇਵ ਬੜੇ ਪਛਤਾਏ, ਸਿਰ ਹਿਲਾਏ ਤੇ ਦੁਖੀ ਹੋਏ ਹਨ। ਕਹਾਂ ਕਰਮ ਕੀਨਸ ਬੁਰਿਆਰ। ਸੁਣ ਕੇ ਮਨ ਵਿੱਚ ਵਿਚਾਰਦੇ ਨੇ ਕਿ ਵੱਡੇ ਭਰਾ ਪ੍ਰਿਥੀ ਚੰਦ ਨੇ ਇਹ ਬਹੁਤ ਮਾੜਾ ਕੰਮ ਕੀਤਾ ਹੈ। ਧਨ ਕਾਰਨ ਦਾਰੁਣ ਕ੍ਰਿਤ ਠਾਨ ਹੈ। ਬਸ ਧਨ ਦੇ ਕਾਰਨ, ਧਨ ਦੇ ਵਾਸਤੇ ਦਾਰੁਣ ਕ੍ਰਿਤ ਠਾਨ ਹੈ, ਇੰਨਾ ਮਾੜਾ ਕੰਮ ਇਸ ਨੇ ਕੀਤਾ ਹੈ। ਨਿੰਦਾ ਬਿਦਤ ਹੈ ਜਗਤ ਮਝਾਰ। ਜਿਸ ਨਿੰਦਾ ਨੂੰ ਸਾਰਾ ਸੰਸਾਰ ਹੁਣ ਕਰ ਰਿਹਾ ਹੈ। ਬੈਠਿਓ ਪ੍ਰਭਾਵਤ ਘਰ ਆਪਣੇ। ਬਾਬਾ ਮਹਾਦੇਵ ਬੈਠਿਓ ਪਛਤਾਵਤ ਘਰ ਆਪਣੇ, ਆਪਣੇ ਘਰ ਵਿੱਚ ਬੈਠਿਆਂ ਬੜੇ ਪਛਤਾ ਰਹੇ ਸਨ। ਇਤਨੇ ਮਹਿ ਇੱਕ ਮਾਨਵ ਆਏ। ਇੰਨੇ ਚਿਰ ਦੇ ਵਿੱਚ ਇੱਕ ਮਨੁੱਖ ਚੱਲ ਕੇ ਆਇਆ ਹੈ। ਪ੍ਰਿਥੀ ਆਸਣ ਪਰਿਵਾਰ ਤਿਆਰ। ਉਹਨੇ ਆ ਕੇ ਦੱਸਿਆ ਕਿ ਪ੍ਰਿਥੀ ਚੰਦ ਆਪਣੇ ਪਰਿਵਾਰ ਦੇ ਸਮੇਤ ਪਾ ਦਿੱਲੀ ਵਿਖੇ ਪੁਕਾਰੂ ਜਾਏ। ਤੁਹਾਡਾ ਭਰਾ ਪ੍ਰਿਥੀ ਚੰਦ ਪਰਿਵਾਰ ਸਮੇਤ ਤਿਆਰ ਹੋਇਆ ਹੈ ਦਿੱਲੀ ਬਾਦਸ਼ਾਹ ਦੇ ਕੋਲ ਪੁਕਾਰ ਕਰਨ ਵਾਸਤੇ। ਕੀਨ ਸੁਨਾਵਨ ਹੌਲ ਉਠਿਓ ਤਬ। ਪਹਿਲਾਂ ਹੀ ਬਾਬਾ ਮਹਾਦੇਵ ਸੁਣ ਕੇ ਬੜੇ ਪਛਤਾ ਰਹੇ ਸਨ, ਦੁਖੀ ਸਨ। ਲੋਕ ਗੱਲਾਂ ਕਰ ਰਹੇ ਸੀ ਕਿ ਬੜਾ ਮਾੜਾ ਕੰਮ ਕੀਤਾ ਹੈ ਪ੍ਰਿਥੀ ਚੰਦ ਨੇ। ਗੁਰੂ ਅਰਜਨ ਦੇਵ ਸਾਹਿਬ ਦੇ ਸੁਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ ਮਾਰਨਾ ਚਾਹਿਆ। ਇਹ ਗੱਲ ਸੁਣ ਕੇ ਪਹਿਲਾਂ ਹੀ ਦੁਖੀ ਸੀ, ਪਰ ਹੁਣ ਇੱਕ ਸਿੱਖ ਪਾਸੋਂ ਕੰਨਾਂ ਵਿੱਚ ਗੱਲ ਪਈ ਹੈ। ਉਹਨੇ ਦੌੜ ਕੇ ਆ ਕੇ ਦੱਸਿਆ ਕਿ ਤੁਹਾਡਾ ਭਰਾ ਪ੍ਰਿਥੀ ਚੰਦ ਪਰਿਵਾਰ ਸਮੇਤ ਦਿੱਲੀ ਜਾ ਰਹੇ। ਚੱਲਿਆ ਕਿਉਂ ਹੈ? ਦਿੱਲੀ ਵਿਖੇ ਪੁਕਾਰੂ ਜਾਏ। ਉਹ ਦਿੱਲੀ ਜਾ ਕੇ ਪੁਕਾਰ ਕਰਨਗੇ। ਜਦੋਂ ਇਹ ਗੱਲ ਉਸ ਪਾਸੋਂ ਸੁਣੀ ਹੈ, ਸੁਣ ਕੇ ਮਾਨੋ ਕਿ ਮਨ ਵਿੱਚ ਹੌਲ ਹੀ ਉੱਠਿਆ ਹੋਵੇ। ਤੂਰਨ ਪਗ ਪਨਹੀ ਕੋ ਪਾਏ। ਛੇਤੀ ਨਾਲ ਬਾਬੇ ਮਹਾਦੇਵ ਨੇ ਆਪਣੇ ਚਰਨੀ ਜੋੜਾ ਪਾ ਲਿਆ। ਗਇਓ ਉਤ ਆਇਲ ਕਰ ਕੈ ਬਰਜਨ। ਬੜੀ ਛੇਤੀ ਬਾਬੇ ਪ੍ਰਿਥੀ ਚੰਦ ਨੂੰ ਹੋੜਨ ਵਾਸਤੇ, ਰੋਕਣ ਵਾਸਤੇ ਚੱਲੇ ਹਨ। ਸਰਲ ਹਿਰਦਾ ਜਿਹੇ ਸਹਿਜ ਸੁਭਾਏ। ਇਹਨਾਂ ਦਾ ਸੁੱਤੇ ਸਿੱਧੀ ਜਿਹੜਾ ਸੁਭਾਅ ਸੀ, ਹਿਰਦਾ ਬਹੁਤ ਸਰਲ ਸੀ, ਸਿੱਧਾ ਸੀ, ਮਸਤ ਸੁਭਾਅ ਰੱਖਦੇ ਸਨ। ਦਸਕ ਦਾਸ ਜਿਹ ਸਾਥ ਗਏ ਚੱਲ। ਦਸਕ ਸੇਵਕ ਜਿਹੜੇ ਸੀ ਬਾਬੇ ਮਹਾਦੇਵ ਦੇ ਨਾਲ ਗਏ ਨੇ ਚੱਲ ਕੇ। ਦੇਖਿਓ ਘਰ ਮੈਂ ਪ੍ਰਿਥੀਆ ਕੋ ਜਾਏ। ਪ੍ਰਿਥੀ ਚੰਦ ਨੂੰ ਘਰ ਦੇ ਵਿੱਚ ਜਾ ਕੇ ਮਿਲੇ ਹਨ। ਅਸਵਾਰੀ ਗਨ ਤਿਆਰੀ ਹੋਵਤ। ਉਸ ਸਮੇਂ ਪ੍ਰਿਥੀ ਚੰਦ ਆਪਣੀ ਅਸਵਾਰੀ ਤਿਆਰ ਕਰ ਰਹੇ ਸਨ ਚੱਲਣ ਵਾਸਤੇ। ਸਭ ਵਸਤੂ ਕੇ ਭਾਰ ਬੰਦਾਏ। ਸਾਰੀਆਂ ਵਸਤੂਆਂ ਜਿਹੜੀਆਂ ਸੀ ਭਾਰ ਬੰਨ ਲਿਆ ਸੀ ਸਮਾਨ ਦਾ। ਸਕਲ ਸਕਟ ਮਹਿ ਲਾਦ ਸਾਂਬਤ। ਸਾਰੀਆਂ ਜਿਹੜੀਆਂ ਪੰਡਾਂ ਸਨ ਉਹ ਗੱਡਿਆਂ ਦੇ ਉੱਤੇ ਲੱਦ ਰਹੇ ਸੀ। ਹੇਰਤ ਲੋਕ ਖਰੇ ਸਮੁਦਾਏ। ਤੇ ਸਾਰੇ ਲੋਕ ਖਲੋ ਕੇ ਸਾਰਾ ਕੁਝ ਦੇਖ ਰਹੇ ਸਨ। ਵਹਿਨ ਸਦਨ ਤੇ ਕੋਥਿਤ ਅੰਤਰ। ਕੋਈ ਘਰ ਦੇ ਬਾਹਰ ਖੜਾ ਸੀ, ਕੋਈ ਘਰ ਦੇ ਅੰਦਰੋਂ ਦੇਖਦਾ ਸੀ। ਕੇਤਕ ਪੌਰ ਸਥਿਰ ਦਰਸਾਏ। ਕੋਈ ਘਰ ਦੇ ਦਰਵਾਜ਼ੇ ਤੇ ਖੜ ਕੇ ਦੇਖ ਰਿਹਾ ਸੀ। ਮੰਦ ਮੰਦ ਕਹਿ ਆਪਸ ਮਨ ਮਹਿ। ਹੌਲੀ ਹੌਲੀ ਆਪਸ ਦੇ ਵਿੱਚ ਗੱਲਾਂ ਕਰਦੇ ਨੇ। ਪ੍ਰਿਥੀਆ ਮਹਾ ਉਪਦਰਵ ਮੂਲ। ਕਿ ਪ੍ਰਿਥੀਆ ਮਹਾ ਉਪਦਰਵ ਮੂਲ,
ਜਿਹੜਾ ਪ੍ਰਿਥੀ ਚੰਦ ਹੈ, ਝਗੜੇ ਦਾ ਮੂਲ ਹੈ, ਮੁੱਢ ਹੈ। ਤਪਤ ਵਿਸ਼ੇਸ਼ ਦਵੈਸ਼ ਕੋ ਠਾਨਤ, ਹਿਰਦਾ ਇਹਦਾ ਤਪਦਾ ਹੈ, ਅਕਾਰਨ ਈਰਖਾ ਕਰਦਾ ਹੈ। ਅਗ ਅਸ਼ੇਸ਼ ਤੇ ਡਰ ਹੈ ਨਾ ਭੂਲ, ਪਰ ਭੁੱਲ ਕੇ ਵੀ ਵੱਡੇ ਪਾਪ ਕਰਨ ਤੋਂ ਇਹ ਡਰਦਾ ਨਹੀਂ ਹੈ। ਗਾਦੀ ਪਰ ਬੈਠੇ ਗੁਰ ਅਰਜੁਨ, ਗੁਰਤਾ ਗੱਦੀ ਉੱਤੇ, ਗੁਰੂ ਨਾਨਕ ਸਾਹਿਬ ਦੀ ਗੱਦੀ ਉੱਤੇ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਮਾਨ ਨੇ। ਤਬ ਕੋ ਹੋਤ ਭਇਓ ਪ੍ਰਤਕੂਲ, ਜਦੋਂ ਦੇ ਗੁਰੂ ਅਰਜਨ ਦੇਵ ਸਾਹਿਬ ਗੱਦੀ ਤੇ ਬੈਠੇ ਨੇ, ਉਦੋਂ ਦਾ ਹੀ ਪ੍ਰਿਥੀ ਚੰਦ ਉਲਟ ਚੱਲ ਰਿਹਾ ਹੈ। ਹਾਥ ਨਹੀਂ ਕੁਛ ਪ੍ਰਾਪਤ ਹੋਵਤ, ਪਰ ਇਹਦੇ ਹੱਥ ਵਿੱਚ ਕੁਝ ਵੀ ਆ ਨਹੀਂ ਰਿਹਾ, ਹੱਥ ਇਹਦਾ ਖਾਲੀ ਰਿਹਾ ਹੈ। ਜਿਸ ਪਰ ਨਹਿ ਭੇਪਤ ਅਨਕੂਲ, ਤੇ ਜਿਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਨੁਸਾਰੀ ਨਹੀਂ ਹੋ ਰਿਹਾ। ਅਬ ਉਤਪਾਤ ਕਰਨ ਕਹੋ ਗਮਨਤ, ਹੁਣ ਵੱਡਾ ਉਪਦਰਵ ਕਰਨ ਵਾਸਤੇ ਦਿੱਲੀ ਚੱਲਿਆ ਹੈ। ਵੇਖ ਕੀ ਬਾਤ ਬਿਦਤ ਗਈ ਹੋਏ, ਕਿਉਂ ਚੱਲਿਆ? ਕਿਉਂਕਿ ਜਿਹੜੀ ਜ਼ਹਿਰ ਵਾਲੀ ਗੱਲ ਸੀ ਨਾ, ਹੁਣ ਪ੍ਰਗਟ ਹੋ ਚੁੱਕੀ। ਪਹਿਲਾਂ ਤੇ ਗੱਲਾਂ ਲੁਕੀਆਂ ਸੀ, ਲੁਕ ਕੇ ਵਾਰ ਕਰਦਾ ਸੀ, ਪਰ ਗੁਰੂ ਸਾਹਿਬ ਜੀ ਨੇ ਜਦੋਂ ਨਾ ਹਟਿਆ, ਫਿਰ ਇਹਨੇ ਜਦੋਂ ਤੀਜਾ ਇਹ ਯਤਨ ਕੀਤਾ ਹੈ ਨਾ, ਤਾਂ ਫਿਰ ਸਾਰਿਆਂ ਸਾਹਮਣੇ ਇਸ ਦੀ ਕਰਤੂਤ ਨੂੰ ਸਾਹਮਣੇ ਲਿਆਂਦਾ ਕਿ ਇਦਾਂ ਤੇ ਇਹਨੇ ਹਟਣਾ ਨਹੀਂ। ਲੁਕ ਕੇ ਵਾਰ ਕਰਦਾ ਹੈ ਤੇ ਸਾਹਮਣੇ ਆ ਨਾ, ਜੇ ਸੱਚਮੁੱਚ ਇਹ ਤੂੰ ਭਾਵਨਾ ਰੱਖਦਾ ਹੈ ਕਿ ਮੈਨੂੰ ਕੁਝ ਮਿਲ ਸਕੇ, ਫਿਰ ਸਾਹਮਣੇ ਆ ਕੇ ਆਪਣੇ ਅੰਦਰ ਦੀ ਗੱਲ ਰੱਖ। ਲੁਕ ਕੇ ਵਾਰ ਕਰਨਾ, ਛਲ ਦੇ ਨਾਲ, ਧੋਖੇ ਨਾਲ ਵਾਰ ਕਰਨਾ, ਇਹ ਸੂਰਮੇ ਦਾ ਕਰਮ ਨਹੀਂ। ਇਸ ਲਈ ਹੁਣ ਲੋਕ ਗੱਲਾਂ ਕਰਦੇ ਨੇ, ਜਦੋਂ ਇਹ ਘਰ ਦਾ ਸਮਾਨ ਗੱਡਿਆਂ ਦੇ ਉੱਤੇ ਲੱਦ ਰਿਹਾ ਹੈ, ਤੇ ਜਿਹੜੇ ਨੇੜੇ ਰਹਿਣ ਵਾਲੇ ਸਨ, ਕੋਈ ਘਰ ਦੇ ਬਾਹਰ ਖੜਾ ਹੈ, ਕੋਈ ਦਰਵਾਜ਼ੇ ਤੇ ਖੜਾ ਹੈ, ਦੇਖ ਕੇ ਸਾਰੇ ਗੱਲਾਂ ਕਰਦੇ ਨੇ। ਇਹ ਤਾਂ ਝਗੜੇ ਦਾ ਮੁੱਢ ਹੈ। ਪ੍ਰਿਥੀ ਚੰਦ ਬਿਨਾਂ ਗੱਲ ਤੋਂ ਗੁਰੂ ਸਾਹਿਬ ਨਾਲ ਈਰਖਾ ਰੱਖਦਾ ਹੈ। ਜਦੋਂ ਦੇ ਗੁਰੂ ਸਾਹਿਬ ਗੁਰਤਾ ਤੇ ਬੈਠੇ ਨੇ, ਉਦੋਂ ਦਾ ਹੀ ਇਹਨਾਂ ਦੇ ਉਲਟ ਚੱਲ ਰਿਹਾ ਹੈ। ਹੁਣ ਦਿੱਲੀ ਚੱਲਿਆ ਪੁਕਾਰ ਕਰਨ, ਵੱਡਾ ਕੋਈ ਝਗੜਾ ਖੜਾ ਕਰੇਗਾ। ਦਬਿਓ ਲਾਜ ਤੇ ਰਹਿ ਨਾ ਸਕੈ ਪੁਰ, ਹੁਣ ਸ਼ਰਮ ਦਾ ਮਾਰਾ ਨਗਰ ਵਿੱਚ ਰਹਿ ਨਹੀਂ ਸਕਦਾ, ਕਿਉਂਕਿ ਸਾਰਾ ਕੁਝ ਸਾਹਮਣੇ ਆ ਗਿਆ। ਪਹਿਲਾਂ ਲੁਕ ਕੇ ਵਾਰ ਕਰਦਾ ਸੀ, ਹੁਣ ਸਿੱਖ ਸੰਗਤਾਂ ਨੂੰ ਵੀ ਪਤਾ ਲੱਗ ਗਿਆ। ਇਸ ਲਈ ਸ਼ਰਮ ਦਾ ਮਾਰਾ ਹੁਣ ਇੱਥੇ ਨਹੀਂ ਰਹਿ ਸਕਦਾ। ਨਿੰਦ ਹੈ ਨਰ ਨਾਰੀ ਸਭ ਕੋਏ, ਮਨੁੱਖ ਇਸਤਰੀਆਂ ਸਾਰੇ ਆਪਸ ਵਿੱਚ ਮਿਲ ਕੇ ਗੱਲਾਂ ਕਰਦੇ ਸੀ ਤੇ ਇਹਨੂੰ ਨਿੰਦਦੇ ਸਨ। ਸੁੰਦਰ ਸ੍ਰੀ ਹਰਿ ਗੋਬਿੰਦ ਬਾਲਕ, ਸ਼੍ਰੀ ਹਰਗੋਬਿੰਦ ਸਾਹਿਬ ਜੀ ਸੁੰਦਰ ਸਰੂਪ ਵਾਲੇ ਬਾਲਕ ਹਨ। ਅਨੁਜ ਨੰਦ ਮੰਦਰ ਗੁਣ ਜੋਏ, ਇਹਦੇ ਛੋਟੇ ਭਰਾ ਦੇ ਪੁੱਤਰ ਹਨ ਤੇ ਮਾਨੋ ਸੁੰਦਰਤਾ ਦਾ ਹੀ ਘਰ ਹਨ। ਤਿਸ ਹਤ ਬੇਕੋ ਚਾਹਤ ਨਿਜ ਪ੍ਰਤ, ਪਰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਹਰ ਰੋਜ਼ ਖਤਮ ਕਰਨਾ ਚਾਹੁੰਦਾ ਹੈ। ਮਤ ਹਤ ਭਈ ਦੁਖਤ ਪਿਖ ਸੋਏ, ਤੇ ਇਹਦੀ ਮਤ ਜਿਹੜੀ ਹੈ ਉਹ ਹੱਥ ਭਈ ਖਤਮ ਹੋਈ ਹੈ, ਮਤ ਮਾਰੀ ਗਈ। ਇਸ ਕਰਕੇ ਆਪ ਵੀ ਦੁਖੀ ਹੋ ਰਿਹਾ ਤੇ ਦੂਜਿਆਂ ਨੂੰ ਵੀ ਦੁੱਖ ਦੇਣ ਦਾ ਯਤਨ ਕਰਦਾ ਹੈ। ਪ੍ਰਥਮ ਧਾਏ ਪੁਨ ਪਨੰਗ ਸ਼ੋਰਾ ਅਬ, ਸਭ ਤੋਂ ਪਹਿਲਾਂ ਇਹਨੇ ਦਾਈ ਭੇਜੀ, ਫਿਰ ਪਨੰਗ ਸੱਪ ਨੂੰ ਛੱਡਿਆ। ਕੁਕਰਮ ਇਹ ਕੀਨ ਮਹਾਨ, ਹੁਣ ਇਸ ਨੇ ਵੱਡਾ ਕੁਕਰਮ ਜਿਹੜਾ ਪੰਡਤ ਬ੍ਰਾਹਮਣ ਪਾਸੋਂ, ਉਹਨੂੰ ਖਿਡਾਵੇ ਪਾਸੋਂ ਜ਼ਹਿਰ ਦਵਾਣਾ ਚਾਹਿਆ ਹੈ। ਗੁਰਸੁਤ ਕੀ ਸਹਾਏ ਪਰਮੇਸ਼ਰ, ਪਰ ਗੁਰੂ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਦੇ ਰੱਖਿਅਕ ਅਕਾਲ ਪੁਰਖ ਹਨ। ਦਿਪਤ ਜੋਤ ਮੁਖ ਮੰਡਲ ਜਾਨ, ਜਿਨ੍ਹਾਂ ਦੇ ਉੱਤੇ ਵੱਡੀ ਜਿਹੜੀ ਜੋਤ ਹੈ ਉਹ ਪ੍ਰਕਾਸ਼ਮਾਨ ਹੋ ਰਹੀ ਹੈ। ਇਤਿਆਦਿਕ ਸਭ ਕਰਤ ਬਾਰਤਾ, ਇਸ ਤਰ੍ਹਾਂ ਲੋਕ ਆਪਣੇ ਘਰਾਂ ਵਿੱਚ ਖਲੋਤੇ, ਕੋਈ ਬਾਹਰ ਖਲੋਤਾ, ਕੋਈ ਦਰਵਾਜ਼ੇ ਤੇ ਖੜਾ, ਦੇਖ ਕੇ ਇਸ ਨੂੰ ਗੱਲਾਂ ਕਰਦੇ ਸੀ। ਅਦਕ ਭੀੜ ਹੋਈ ਤਹਿਆਨ, ਬਹੁਤੀ ਜਿਹੜੀ ਭੀੜ ਸੀ ਉਹ ਲੱਗ ਗਈ ਹੈ ਇਹਦੇ ਨੇੜੇ। ਮਹਾਦੇਵ ਕਰ ਮਾਹੇ ਪਰਵੇਸ਼ਿਓ, ਇੰਨੇ ਚਿਰ ਵਿੱਚ ਬਾਬਾ ਮਹਾਦੇਵ ਪ੍ਰਿਥੀ ਚੰਦ ਦੇ ਘਰੇ ਆਏ ਹਨ। ਮਹਾ ਉਪਦਰਵ ਚਾਹਤ ਹਾਨ, ਚਾਹੁੰਦੇ ਸਨ ਕਿ ਜਿਹੜਾ ਵੱਡਾ ਉਪਦਰਵ ਖੜਾ ਕਰਨ ਲੱਗਾ ਏ, ਦਿੱਲੀ ਜਾ ਕੇ ਵੱਡਾ ਝਗੜਾ ਖੜਾ ਕਰੇਗਾ, ਇਸ ਨੂੰ ਇੱਥੇ ਹੀ ਰੋਕ ਦਈਏ। ਭਰਾਤ ਵਿਸਾਲ ਪਿਖਿਓ ਕਰ ਬੰਧਨ, ਜਦੋਂ ਆਪਣੇ ਵੱਡੇ ਭਰਾ ਨੂੰ ਮਹਾਦੇਵ ਨੇ ਦੇਖਿਆ ਤੇ ਇਹਨੇ ਵੱਡੇ ਭਰਾ ਹੋਣ ਦਾ ਸਤਿਕਾਰ ਰੱਖਿਆ, ਇਹਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਭਰਿਓ ਕ੍ਰੋਧ ਸੋ ਹਿਰਦਾ ਤਪੰਤ, ਪਰ ਪ੍ਰਿਥੀ ਚੰਦ ਬੜੇ ਗੁੱਸੇ ਦੇ ਵਿੱਚ ਸੀ ਤੇ ਹਿਰਦਾ ਇਸ ਦਾ ਅੱਗ ਦੇ ਨਾਲ ਅੱਗ ਬਬੂਲਾ ਹੋਇਆ ਤਪ ਰਿਹਾ ਸੀ। ਰਕਤ ਨੇਤਰ ਕੁਸ਼ ਆਂਸੂ ਝਲਕਤ, ਨੇਤਰ ਲਾਲ ਸਨ ਤੇ ਅੱਖਾਂ ਵਿੱਚੋਂ ਕੁਝ ਹੰਝੂ ਚੱਲ ਰਹੇ ਸੀ। ਜਿਸ ਕੋ ਮਨ ਸਮ ਬਿਹੰਗ ਉਡੰਤ, ਤੇ ਇਸ ਦਾ ਜਿਹੜਾ ਮਨ ਸੀ ਉਹ ਪੰਛੀ ਵਾਂਗੂ ਉੱਡਦਾ ਫਿਰਦਾ ਸੀ। ਅਨਕ ਖੋਟ ਸੰਕਲਪ ਉਠਾਵਤ, ਬੜੀ ਅੰਦਰ ਖੋਟ ਸੀ ਤੇ ਅੰਦਰੋਂ ਕਈ ਤਰ੍ਹਾਂ ਦੇ ਸੰਕਲਪ ਉਠਾ ਰਿਹਾ ਸੀ। ਚਹਿ ਸਬਨ ਕੇ ਪ੍ਰਾਨਤ ਹੰਤ, ਚਾਹੁੰਦਾ ਸੀ ਕਿ
ਸਾਰਿਆਂ ਦੇ ਪ੍ਰਾਣ ਮੈਂ ਨਾਸ਼ ਕਰ ਸਕਾਂ। ਕਹਿ ਦਾਸਨ ਤਿਆਰੀ ਕਰਵਾਵਤ, ਤੇ ਆਪਣੇ ਸੇਵਕਾਂ ਨੂੰ ਕਹਿ ਕੇ ਚੱਲਣ ਦੀ ਤਿਆਰੀ ਕਰਵਾ ਰਿਹਾ ਸੀ। ਬਿਪਤਾ ਪਰੀ ਉਜਰ ਗਮਨੰਤ, ਬੜੀ ਵੱਡੀ ਬਿਪਤਾ ਪਈ ਸੀ, ਉਜੜ ਕੇ ਇੱਥੋਂ ਚੱਲਿਆ ਸੀ। ਮਹਾਦੇਵ ਮਨ ਮਹਾ ਕਰੋਧ ਪਿਖ, ਬਾਬਾ ਮਹਾਦੇਵ ਨੇ ਪ੍ਰਿਥੀ ਚੰਦ ਦੇ ਮਨ ਵਿੱਚ ਬਹੁਤਾ ਗੁੱਸਾ ਦੇਖਿਆ। ਹਾਥ ਜੋਰ ਕਹਿ ਬਿਨੈ ਸਮਾਨ, ਹੱਥ ਜੋੜ ਕੇ ਜਿਸ ਤਰ੍ਹਾਂ ਕਿਸੇ ਅੱਗੇ ਬੇਨਤੀ ਕਰੀਦੀ ਹੈ ਨਾ, ਇਸ ਤਰ੍ਹਾਂ ਮਹਾਦੇਵ ਨੇ ਦੋਵੇਂ ਹੱਥ ਜੋੜ ਕੇ ਪ੍ਰਿਥੀ ਚੰਦ ਨੂੰ ਕਹਿਣ ਲੱਗੇ, ਕਿਤ ਕਹੋ ਤਿਆਰੀ ਆਪ ਕਰਾਵਤ, ਭਰਾ ਜੀ ਤੁਸੀਂ ਕਿੱਧਰ ਜਾਣ ਦੀਆਂ ਤਿਆਰੀਆਂ ਕਰ ਰਹੇ ਹੋ? ਸਣ ਪਰਿਵਾਰ ਜਾਹੋ ਕਿਸ ਥਾਨ, ਆਪਣੇ ਪਰਿਵਾਰ ਦੇ ਸਮੇਤ ਕਿੱਧਰ ਨੂੰ ਚੱਲੇ ਹੋ? ਘਰ ਕੀ ਵਸਤ ਸਮਸਤ ਬੰਦਾਵੋ, ਆਪਣੇ ਘਰ ਦੀਆਂ ਵਸਤੂਆਂ ਸਾਜੋ ਸਮਾਨ ਸਾਰਾ ਤੁਸੀਂ ਬੰਨ ਲਿਆ ਹੈ। ਮਨੋ ਪੁਰੀ ਕਬ ਪਿਖੋ ਨ ਆਨ, ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਵਾਪਸ ਤੁਸੀਂ ਇਸ ਨਗਰੀ ਨੂੰ ਦੇਖੋਗੇ ਹੀ ਨਹੀਂ। ਜਦੋਂ ਬੰਦਾ ਕਿਤੇ ਜਾਂਦਾ ਹੈ ਵਾਂਢੇ ਕਿਤੇ, ਤੇ ਫਿਰ ਵਾਪਸ ਆਉਣਾ ਹੋਵੇ ਤੇ ਥੋੜਾ ਬਹੁਤਾ ਸਮਾਨ ਲਿਜਾਂਦਾ ਹੈ। ਜਦੋਂ ਪੱਕਾ ਹੀ ਨਗਰ ਨੂੰ ਛੱਡ ਕੇ ਚੱਲਿਆ ਹੋਵੇ ਤੇ ਫਿਰ ਸਾਰਾ ਕੁਝ ਆਪਣਾ ਘਰ ਦਾ ਸਾਜੋ ਸਮਾਨ ਗੱਡਿਆਂ ਤੇ ਲੱਦ ਲੈਂਦਾ ਹੈ। ਜਦੋਂ ਇਸ ਤਰ੍ਹਾਂ ਦੇਖਿਆ, ਮਹਾਦੇਵ ਜੀ ਕਹਿੰਦੇ, ਭਰਾ ਜੀ ਚੱਲੇ ਕਿੱਧਰ ਹੋ? ਆਪਣਾ ਸਾਰਾ ਕੁਝ ਤੁਸੀਂ ਬੰਨ ਲਿਆ ਹੈ, ਇੰਜ ਲੱਗਦਾ ਕਿ ਵਾਪਸ ਤੁਸੀਂ ਇਸ ਨਗਰੀ ਅੰਮ੍ਰਿਤਸਰ ਨਹੀਂ ਆਵੋਗੇ। ਕਾਰਨ ਕੌਣ ਭਉਨ ਕੋ ਤਿਆਗੇ ਹੋ, ਕੀ ਕਾਰਨ ਬਣਿਆ ਕਿ ਤੁਸੀਂ ਆਪਣੇ ਘਰ ਨੂੰ ਛੱਡ ਚੱਲੇ ਹੋ? ਭਉਨਾ ਕਿਸੀ ਕੋ ਇਹ ਠਾ ਮਾਨ, ਇੱਥੇ ਤੁਸੀਂ ਤੁਹਾਡਾ ਮਾਨ ਅਦਬ ਸਤਕਾਰ ਹੈ, ਤੁਹਾਨੂੰ ਕਿਸੇ ਦਾ ਡਰ ਨਹੀਂ ਹੈ। ਕਹਿ ਪ੍ਰਿਥਿਆ ਦਿੱਲੀ ਪੁਰ ਗਮਨਿਓ, ਇਹ ਗੱਲ ਸੁਣ ਕੇ ਮਹਾਦੇਵ ਦੀ ਪ੍ਰਿਥੀ ਚੰਦ ਜੀ ਕਹਿਣ ਲੱਗੇ ਕਿ ਮੈਂ ਦਿੱਲੀ ਨੂੰ ਚੱਲਿਆ ਹਾਂ। ਜਹਾਂਗੀਰ ਕੇ ਪਹੁੰਚੋ ਪਾਸ, ਜਿੱਥੇ ਦਿੱਲੀ ਦਾ ਬਾਦਸ਼ਾਹ ਹੈ ਜਹਾਂਗੀਰ, ਉਹਦੇ ਕੋਲ ਮੈਂ ਜਾਵਾਂਗਾ। ਕਰ ਪੁਕਾਰ ਮੈਂ ਅਖਿਲ ਸੁਨਾਵੋ, ਬਾਦਸ਼ਾਹ ਦੇ ਅੱਗੇ ਪੁਕਾਰ ਕਰਾਂਗਾ, ਸਾਰੀ ਗੱਲਬਾਤ ਦੱਸਾਂਗਾ। ਪਠੋ ਤੁਰਤ ਗਨ ਇਨਹੋ ਆਵਾਸ, ਫਿਰ ਇਹਨਾਂ ਦੇ ਘਰ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਮੈਂ ਤੁਰਕਾਂ ਨੂੰ ਭੇਜਾਂਗਾ। ਸੁਤ ਬਨਤਾ ਜੁਤ ਅਰਜਨ ਕੋ ਤਬ, ਇਹਨਾਂ ਦੀ ਘਰ ਵਾਲੀ ਇਹਨਾਂ ਦੇ ਪੁੱਤਰ ਦੇ ਸਮੇਤ ਤਦੋਂ ਪਕਰ ਲਹਿੰਗੇ ਦੇ ਦੁਖ ਰਾਸ, ਇਹਨਾਂ ਨੂੰ ਫੜ ਲੈਣਗੇ ਤੇ ਫਿਰ ਬਹੁਤਾ ਦੁੱਖ ਦੇਣਗੇ। ਤਹਾਂ ਮੰਗਵਾਵੋ ਕੈਦ ਕਰਾਵੋ, ਉੱਥੇ ਬੈਠਾ ਮੈਂ ਇਹਨਾਂ ਨੂੰ ਮੰਗਵਾਵਾਂਗਾ ਤੇ ਕੈਦ ਵਿੱਚ ਪਵਾਵਾਂਗਾ। ਮਨ ਵਵਾਵੋ ਤਬ ਜੋ ਮਮ ਆਸ, ਜਿਹੜੀ ਮੇਰੇ ਮਨ ਦੀ ਆਸਾ ਹੈ ਨਾ, ਉਦੋਂ ਮੈਂ ਪੂਰੀ ਕਰਵਾਵਾਂਗਾ, ਉਦੋਂ ਮੇਰੇ ਮਨ ਦੀ ਆਸ ਪੂਰੀ ਹੋਵੇਗੀ। ਸੁਨ ਤਬ ਮਹਾਦੇਵ ਕਰ ਜੋਰੇ, ਇਹ ਗੱਲ ਪ੍ਰਿਥੀ ਚੰਦ ਦੀ ਸੁਣ ਕੇ ਨਾ ਮਹਾਦੇਵ ਜੀ ਨੇ ਆਪਣੇ ਦੋਵੇਂ ਹੱਥ ਜੋੜ ਲਏ। ਹਮ ਦੋਨੋਂ ਤੁਵ ਅਨੁਜ ਲਗੰਤ, ਐ ਭਰਾ ਜੀ ਮੈਂ ਤੁਹਾਨੂੰ ਬੇਨਤੀ ਕਰਦਾ, ਸਾਡੇ ਦੋਵਾਂ ਭਰਾਵਾਂ ਦੇ ਤੁਸੀਂ ਵੱਡੇ ਭਰਾ ਹੋ। ਬੈਸ ਬਿਖੈ ਲਗ ਸੁਮਤ ਬਿਖੈ ਲਗ, ਅਸੀਂ ਉਮਰ ਵਿੱਚੋਂ ਵੀ ਛੋਟੇ ਆਂ, ਮਤ ਵਿੱਚੋਂ ਵੀ ਤੁਹਾਡੇ ਤੋਂ ਛੋਟੇ ਆਂ। ਸੁਤ ਸਮਾਨ ਹਮ ਲਖੋ ਸੁਚੰਤ, ਆਪਣੇ ਪੁੱਤਰਾਂ ਦੇ ਸਮੇਤ ਵਾਂਗ ਸਾਨੂੰ ਤੁਸੀਂ ਜਾਣੋ। ਆਪਣੇ ਚਿੱਤ ਵਿੱਚ, ਕਿਉਂਕਿ ਜਿਹੜਾ ਵੱਡਾ ਭਰਾ ਉਹ ਪਿਓ ਦੇ ਸਮਾਨ ਹੁੰਦਾ ਹੈ, ਛੋਟਾ ਉਹਦੇ ਲਈ ਪੁੱਤਰ ਦੇ ਸਮਾਨ ਹੈ। ਇਸ ਲਈ ਸਾਨੂੰ ਆਪਣੇ ਪੁੱਤਰਾਂ ਦੇ ਸਮਾਨ, ਬੱਚਿਆਂ ਦੇ ਸਮਾਨ ਜਾਣੋ। ਤੁਮ ਹੋ ਬੜੋ ਸਿਆਣੇ ਬਹਿਮੈ, ਤੁਸੀਂ ਤਾਂ ਘਰ ਵਿੱਚੋਂ ਵੱਡੇ ਹੋ ਨਾ, ਉਮਰ ਵਿੱਚ ਵੀ ਤੁਸੀਂ ਸਿਆਣੇ ਹੋ। ਬੁੱਧ ਵਿਸਾਲ ਸਭ ਰੀਤ ਮਹੰਤ, ਤੁਸੀਂ ਬੁੱਧੀ ਕਰਕੇ ਵੀ ਵੱਡੇ ਹੋ, ਮਤ ਕਰਕੇ ਵੀ ਵੱਡੇ ਹੋ, ਘਰ ਵਿੱਚੋਂ ਵੀ ਤੁਸੀਂ ਹਰ ਤਰ੍ਹਾਂ ਵੱਡੇ ਹੋ। ਰਸ਼ਾ ਹਮਰੀ ਜਿਮ ਕਿਮ ਕਰੀਐ, ਇਹ ਤਾਂ ਤੁਹਾਨੂੰ ਬਣਦਾ, ਤੁਸੀਂ ਸਾਡੀ ਰੱਖਿਆ ਕਰੋ। ਵੱਡੇ ਭਰਾ ਹੋ, ਵੱਡੇ ਹੋਣ ਦਾ ਫਰਜ਼ ਨਿਭਾਵੋ। ਤੇ ਵੱਡਾ ਭਰਾ ਪਿਓ ਸਮਾਨ ਹੁੰਦਾ ਹੈ, ਤੇ ਪਿਤਾ ਤਾਂ ਹਮੇਸ਼ਾ ਆਪਣੇ ਪੁੱਤਰਾਂ ਦੀ, ਬੱਚਿਆਂ ਦੀ ਰੱਖਿਆ ਕਰਦਾ ਹੈ, ਸਾਂਭ ਸੰਭਾਲ ਕਰਦਾ ਹੈ। ਜਦੋਂ ਕੋਈ ਬਾਹਰੋਂ ਕੋਈ ਗੱਲਬਾਤ ਵਧੀਕੀ ਕਰੇ ਤੇ ਫਿਰ ਉਹ ਪਿਓ ਜਿਹੜਾ ਹੈ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਰੱਖਿਆ ਕਰੇਗਾ। ਤੇ ਤੁਸੀਂ ਸਾਡੇ ਵੱਡੇ ਭਰਾ ਹੋ, ਇਹ ਤਾਂ ਤੁਹਾਨੂੰ ਬਣਦਾ, ਤੁਸੀਂ ਸਾਡੀ ਰੱਖਿਆ ਕਰੋ, ਸਾਡੀ ਸੰਭਾਲ ਕਰੋ। ਇਹ ਯੋਗਤਾ ਇਮਲਖ ਅੰਤ, ਇਹ ਜਿਹੜੀ ਯੋਗਤਾ ਤੁਸੀਂ ਇਸ ਤਰ੍ਹਾਂ ਜਾਣੋ, ਤੁਸੀਂ ਵੱਡੇ ਹੋਣ ਦਾ ਘਰ ਵਿੱਚ ਫਰਜ਼ ਨਿਭਾਵੋ। ਪਿਤ ਸਮ ਤੁਮ ਪ੍ਰਤਪਾਲਕ ਹੋਵਹਿ, ਪਿਤਾ ਦੇ ਸਮਾਨ ਤੁਸੀਂ ਸਾਡੀ ਪਾਲਣਾ ਕਰੋ। ਲਾਇਕ ਇਸੀ ਬਾਤ ਕੇ ਜਾਨ, ਇਸੇ ਗੱਲ ਦੇ ਤੁਹਾਨੂੰ ਅਸੀਂ ਲਾਇਕ ਜਾਣਦੇ ਹਾਂ। ਜੇ ਅਸੀਂ ਜਾਣਦੇ ਹਾਂ ਤੇ ਤੁਸੀਂ ਵੀ ਫਿਰ ਲਾਇਕ ਬਣੋ, ਤੁਸੀਂ ਵੀ ਯੋਗ ਬਣੋ। ਉਚਿਤ ਨਹੀਂ ਉਤਪਾਤ ਕਰਨ ਕੇ, ਆ ਜਿਹੜਾ ਉਤਪਾਤ, ਉਪਦਰਵ, ਝਗੜਾ ਖੜਾ ਕਰਨ ਲੱਗੇ ਹੋ, ਇਹ ਤੁਹਾਨੂੰ ਯੋਗ ਨਹੀਂ, ਇਹ ਤੁਹਾਨੂੰ ਬਣਦਾ ਨਹੀਂ। ਬਨਹੁ ਪੁਕਾਰੂ ਪਿਖੈ ਜਹਾਨ, ਜੇ ਤੁਸੀਂ ਪੁਕਾਰੂ ਬਣੋਗੇ ਨਾ, ਹੋਰਾਂ ਦੇ ਜਾ ਕੇ ਜਹਾਨ ਵੇਖੇਗਾ, ਸੰਸਾਰ ਵੇਖੇਗਾ, ਫਿਰ ਲੋਕ ਕੀ ਕਹਿਣਗੇ? ਭਰਾ ਤਾਂ ਰੱਖਿਆ ਕਰਦਾ, ਘਰ ਦੀ ਸਾਂਭ ਸੰਭਾਲ ਕਰਦਾ ਹੈ,
ਪਰ ਤੁਸੀਂ ਆਪਣੇ ਫਰਜ਼ ਕਿਉਂ ਭੁੱਲ ਰਹੇ ਹੋ? ਛੋਟੇ ਭੁੱਲ ਸਕਦੇ, ਗਲਤੀਆਂ ਕਰ ਸਕਦੇ ਨੇ, ਪਰ ਵੱਡਾ ਬੁੱਧੀ ਕਰਕੇ ਵੱਡਾ ਹੁੰਦਾ ਹੈ। ਉਹਨੂੰ ਚਾਹੀਦਾ ਹੈ ਕਿ ਸਾਰਿਆਂ ਨੂੰ ਸੰਭਾਲ ਕੇ ਰੱਖੇ। ਤੇ ਜੇ ਕਿਤੇ ਬਾਹਰ ਜਾ ਕੇ ਪੁਕਾਰ ਕਰੀਏ ਫਿਰ ਲੋਕ ਦੇਖਦੇ ਨੇ। ਇਸ ਤਰ੍ਹਾਂ ਘਰ ਦੀ ਜਿਹੜੀ ਉਹ ਬਦਨਾਮੀ ਹੁੰਦੀ ਹੈ। ਧਰੋ ਨ ਹਿਰਦੈ ਈਰਖਾ ਤਪ ਕਰ। ਤੁਸੀਂ ਭਰਾ ਜੀ ਆਪਣੇ ਹਿਰਦੇ ਵਿੱਚ ਸਾਡੇ ਲਈ ਈਰਖਾ ਨਾ ਰੱਖੋ। ਹਵੈ ਕਰ ਪਿਤਾ ਪ੍ਰਸੰਨ ਮਹਾਨ। ਇਸੇ ਗੱਲ ਦੇ ਵਿੱਚ ਪਿਤਾ ਦੀ ਪ੍ਰਸੰਨਤਾ ਹੈ, ਖੁਸ਼ੀ ਹੈ। ਗੁਰੂ ਰਾਮਦਾਸ ਜੀ ਦੀ ਗੁਰਤਾ ਦਈ ਜਗਤ ਗੁਰ ਕੀਨਸ। ਧੰਨ ਗੁਰੂ ਰਾਮਦਾਸ ਜੀ ਨੇ ਆਪ ਛੋਟੇ ਭਰਾ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਬਣਾਇਆ ਹੈ। ਲਖਿਓ ਜੋਗ ਬਿਠਾਏ ਸਥਾਨ। ਪਿਤਾ ਨੂੰ ਜੋਗ ਲੱਗਾ ਤੇ ਉਹਨਾਂ ਨੇ ਸਥਾਨ ਤੇ ਬਿਠਾ ਦਿੱਤਾ ਹੈ। ਜੇ ਪਿਤਾ ਨੂੰ ਜੋਗ ਲੱਗਾ ਉਹਨਾਂ ਨੇ ਬਿਠਾ ਦਿੱਤਾ, ਫਿਰ ਸਾਨੂੰ ਵੀ ਆਪਣੇ ਪਿਤਾ ਦੀ ਗੱਲ ਨੂੰ ਮੰਨਣਾ ਚਾਹੀਦਾ ਹੈ ਨਾ। ਸਾਨੂੰ ਵਧੀਕੀਆਂ ਨਹੀਂ ਕਰਨੀਆਂ ਚਾਹੀਦੀਆਂ, ਸਾਨੂੰ ਪਿਤਾ ਦਾ ਸਮਾਨ ਰੱਖਣਾ ਚਾਹੀਦਾ ਹੈ। ਜਿਨ੍ਹਾਂ ਨੂੰ ਸਾਰਾ ਸੰਸਾਰ ਨਮਸਕਾਰਾਂ ਕਰਦਾ ਹੈ, ਤੇ ਫਿਰ ਅਸੀਂ ਜੇ ਪਿਤਾ ਦੀ ਗੱਲ ਨਾ ਮੰਨੀਏ ਸਾਡੇ ਲਈ ਕਿੰਨੀ ਕੁ ਸਿਆਣਪ ਹੈ। ਤੇ ਇਸ ਲਈ ਸਾਨੂੰ ਤਾਂ ਇਹੋ ਹੀ ਸਹੀ ਹੈ ਕਿ ਅਸੀਂ ਪਿਤਾ ਦੀ ਕੀਤੀ ਨੂੰ ਪ੍ਰਵਾਨ ਕਰੀਏ। ਉਹਨਾਂ ਨੇ ਗੁਰਤਾ ਗੱਦੀ ਤੇ ਛੋਟੇ ਭਰਾ ਗੁਰੂ ਅਰਜਨ ਦੇਵ ਸਾਹਿਬ ਨੂੰ ਬਿਠਾਇਆ ਹੈ। ਇਹਦੇ ਵਿੱਚ ਹੀ ਸਾਡੇ ਪਰਿਵਾਰ ਦੀ ਖੁਸ਼ੀ ਹੋਣੀ ਚਾਹੀਦੀ। ਯਤਨ ਤਾਂ ਬਹੁਤ ਕੀਤੇ ਬਾਬੇ ਮਹਾਦੇਵ ਨੇ, ਪਰ ਬਾਬਾ ਪ੍ਰਿਥੀ ਚੰਦ ਮਹਾਦੇਵ ਨੂੰ ਵੀ ਭਰਮਾਉਂਦੇ ਸਨ ਕਿ ਤੂੰ ਵੀ ਨਾਲ ਚੱਲ, ਤੈਨੂੰ ਗੁਰਤਾ ਤੇ ਬਿਠਾ ਦਾਂਗੇ, ਤੈਨੂੰ ਗੱਦੀ ਦਵਾ ਦਾਂਗੇ। ਪਰ ਬਾਬੇ ਮਹਾਦੇਵ ਨੇ ਜਦੋਂ ਇਹਨਾਂ ਦੇ ਸਮਝਾਉਣ ਤੇ ਨਾ ਸਮਝੇ, ਇਹਨਾਂ ਨਾਲ ਵੀ ਝਗੜਾ ਖੜਾ ਕੀਤਾ। ਫਿਰ ਜਾ ਕੇ ਦਿੱਲੀ ਸੁਲੀ ਖਾਂ ਦੇ ਨਾਲ ਮੇਲ ਕੀਤਾ ਹੈ। ਇਹ ਵਿਚਾਰ ਆਪਾਂ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਇੱਥੇ ਸਮਾਂ ਸਮਾਪਤ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਜੋ ਸਤਿਗੁਰਾਂ ਦਾ ਉਪਦੇਸ਼ ਆਪਾਂ ਸਰਵਣ ਕਰਦੇ ਹਾਂ, ਗੁਰੂ ਜੀ ਦਾ ਦਿੱਤਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸ ਜਾਵੇ। ਆਪਾਂ ਵੀ ਪਰਿਵਾਰ ਵਿੱਚ ਇਹਨਾਂ ਬਚਨਾਂ ਦੀ, ਗੁਰੂ ਸਾਹਿਬ ਦੇ ਉਪਦੇਸ਼ ਦੀ ਕਮਾਈ ਕਰ ਸਕੀਏ। ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਸਕਣ। ਆਓ ਦੋ ਪੰਕਤੀਆਂ ਖੀਲੀਆਂ ਸਰਵਣ ਕਰੀਏ। ਫਤਿਹ ਬੁਲਾਈਏ ਜੀ। ਧਰੋ ਨ ਹਿਰਦੈ ਈਰਖਾ ਤਪ ਕਰ। ਹਵੈ ਕਰ ਪਿਤਾ ਪ੍ਰਸੰਨ ਮਹਾਨ। ਗੁਰਤਾ ਦਈ ਜਗਤ ਗੁਰ ਕੀਨਸ। ਲਖਿਓ ਜੋਗ ਬਿਠਾਏ ਸਥਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।